बिच बाणी अमृत सारे, गुर बाणी कहे सेवक जन मान, परतख गुरु निस्तारे। बाणी बिरलो विचारसी, जे को गुरमुख होए, एह बाणी महापुरख की, निज घर वासा होए। जगत भिखारी फिरत है, सबको दाता राम, कहो नानक मन सिमरते हैं, पूरन हूँ मैं काम। झूठ मान कहाँ करे, जग सुपने ज्यों जान। इनमें कछ तेरो नहीं, नानक कहे उबखान। गर्भ करत है देह को, बिन सैशिन में मीत। जेह प्राणी हर जस कहेओ, नानक तेह जग जीत। गर्भ करत है देह को, बिन सैशिन में मीत। जेह प्राणी हर जस कहेओ, नानक तेह जग जीत। वाहिगुरु जी का खालसा, वाहिगुरु जी की फतेह। श्लोक मोहल्ला नावा। इस बाणी दे विचों 3 श्लोकां दा पाठ जो अज आप जी ने सरवण किया है, इन्हां श्लोकां दे विचार सिख कौम दे महान विद्वान बाबा बंता सिंह जी, मुख सेवादार संप्रदाय बाबा बिधि चंद साहिब मुंडा पिंड वाले आप जी नूं सरवण करवाउणगे। अज बाबा जी की विदायगी भी है। प्रबंधक सेवादारां वालों बहुत बहुत धन्यवाद, जो गुरु 9वें पातशाह जी दे पावन प्रकाश गुरपुरब दे समागमां वास्ते
ਉਚੇਚੇ ਤੌਰ ਤੇ ਹਾਜ਼ਰੀ ਭਰਨ ਆਏ ਹਨ। ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਕੇਸੀ ਇਸ਼ਨਾਨ ਕਰਕੇ ਸਮੇਂ ਨਾਲ ਪਹੁੰਚੋ, ਗੁਰੂ ਵਾਲੇ ਬਣੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਲੰਟੀਅਰ ਸੇਵਾ ਮੁੜ ਆਰੰਭ ਕੀਤੀ ਗਈ ਹੈ। ਜਿਨ੍ਹਾਂ ਕੋਲ ਪੁਰਾਣੇ ਕਾਰਡ ਨੇ ਉਹ ਪੁਰਾਣੇ ਕਾਰਡ ਜਮ੍ਹਾਂ ਕਰਵਾ ਕੇ ਨਵੇਂ ਲੈ ਸਕਦੇ ਨੇ। ਹੋਰ ਅੱਗੋਂ ਜਿਨ੍ਹਾਂ ਨੇ, ਵੀਰਾਂ ਨੇ, ਬੱਚਿਆਂ ਨੇ, ਭੈਣਾਂ ਨੇ ਸੇਵਾ ਕਰਨੀ ਹੋਵੇ ਉਹ ਆਪਣੇ ਆਧਾਰ ਕਾਰਡ ਦੀ ਕਾਪੀ ਦੇ ਕੇ ਵਲੰਟੀਅਰ ਕਾਰਡ ਲੈ ਸਕਦੇ ਨੇ। ਅਸੀਂ ਦੂਰ ਖਲੋ ਕੇ ਪ੍ਰਬੰਧ ਦੇ ਪ੍ਰਤੀ ਕੁਝ ਵੀ ਬੋਲਣ ਤੋਂ ਪਹਿਲਾਂ ਆਓ ਆਪਣਾ ਫਰਜ਼ ਸਮਝੀਏ। ਗੁਰਦੁਆਰੇ ਪ੍ਰਬੰਧਕ ਕਮੇਟੀਆਂ ਦੇ ਨਹੀਂ ਹੁੰਦੇ। ਪ੍ਰਬੰਧਕ ਕਮੇਟੀਆਂ ਸੰਗਤ ਚੁਣਦੀ ਹੈ ਔਰ ਉਹਨਾਂ ਨੂੰ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪਦੀ ਹੈ। ਮੁੱਖ ਤੌਰ ਤੇ ਜੋ ਗੁਰੂ ਘਰ ਦੀ ਕਸਟੋਡੀਅਨ ਹੈ ਉਹ ਸੰਗਤ ਹੈ। ਸੋ ਆਓ ਆਪਾਂ ਆਪਣੇ ਹੱਕ ਨਾਲ ਇਸ ਪ੍ਰਬੰਧ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਸੇਵਾ ਨਿਭਾਈਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀਆਂ ਬਖਸ਼ਿਸ਼ਾਂ ਦੇ ਨਾਲ ਆਪਣੀਆਂ ਝੋਲੀਆਂ ਭਰੀਏ। ਪੰਜ 550 ਬੱਚੇ ਜੋ 550 ਸਾਲਾਂ ਤੇ ਅਡਾਪਟ ਕੀਤੇ ਗਏ ਸਨ। ਸੈਂਕੜੇ ਪਰਿਵਾਰਾਂ ਨੇ ਬੱਚਿਆਂ ਦੀ ਸੇਵਾ ਲਈ ਹੈ। ਸੋ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਸੇਵਾ ਨੂੰ ਕੰਟੀਨਿਊ ਕਰੋ, ਨਿਰੰਤਰ ਅੱਗੇ ਚਲਾਓ। ਸਕੂਲ ਖੁੱਲ੍ਹ ਚੁੱਕੇ ਨੇ, ਬੱਚੇ ਆ ਰਹੇ ਨੇ। ਇਹ ਉਹ ਬੱਚੇ ਨੇ ਜਾਂ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੈਗੇ, ਜਾਂ ਉਹ ਬੱਚੇ ਨੇ ਜਿਨ੍ਹਾਂ ਦੇ ਮਾਂ-ਬਾਪ ਤਾਂ ਹੈਗੇ ਨੇ ਪਰ ਉਹ ਗਰੀਬ ਨੇ, ਚੰਗੇ ਸਕੂਲਾਂ ਵਿੱਚ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਸਕਦੇ। ਗਿਆਨ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਬਹੁਤ ਵੱਡਾ ਦਾਨ ਹੈ ਜੇ ਆਪਾਂ ਕਿਸੇ ਨੂੰ ਐਜੂਕੇਸ਼ਨ ਦਈਏ ਤਾਂ। ਐਵੇਂ ਮੜੀਆਂ ਮਸਾਣੀਆਂ ਤੇ ਆਟਾ ਚੜਾਈ ਜਾਣਾ, ਮੱਥੇ ਟੇਕਣੇ, ਇਹੋ ਜਿਹੇ ਫੋਕਟ ਕਰਮਾਂ ਤੋਂ ਨਿਕਲ ਕੇ ਗੁਰਮਤ ਦੀ ਸੋਝੀ ਲੈ ਕੇ ਸੇਵਾ ਕਰੀਏ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਬਾਣੀ ਦੀ ਵਿਆਖਿਆ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੈਰਾਗਮਈ ਸ਼ਲੋਕ ਇਹ ਪਾਵਨ ਬਾਣੀ ਪ੍ਰਗਟ ਕਰਦੇ ਨੇ। ਇਹ ਜੋ ਸ਼ਲੋਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1428 ਅੰਗ ਉੱਪਰ ਦਰਜ ਹੈ। ਗੁਰੂ ਸਾਹਿਬ ਇੱਥੇ ਪਰਮਾਤਮਾ ਦੀ ਜੋ ਮਹਾਨ ਬੁਲੰਦ ਹਸਤੀ ਹੈ ਕਿ ਉਹ ਸਭਨਾਂ ਦਾ ਦਾਤਾਰ ਹੈ, ਸਭਨਾਂ ਨੂੰ ਦਾਨ ਦੇਣ ਵਾਲਾ ਹੈ, ਝੋਲੀਆਂ ਭਰਨ ਵਾਲਾ ਹੈ, ਬਿਆਨ ਕਰਦੇ ਨੇ। ਔਰ ਮਨੁੱਖਤਾ ਅੰਦਰ ਜੇ ਕੋਈ ਇਹ ਭਰਮ ਪਾਲੀ ਬੈਠਾ ਹੈ ਵੀ ਉਹ ਵੰਡਣ ਵਾਲਾ ਹੈ, ਉਹ ਦੇਣ ਵਾਲਾ ਹੈ, ਤੇ ਉਸ ਵਹਿਮ ਨੂੰ ਖੰਡਿਤ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਇਹ ਜਿਹੜਾ ਜਗਤ ਹੈ, ਜਨ ਸਮੁਦਾਇ ਹੈ, ਇਹ ਭਿਕਸ਼ਾ ਮੰਗਣ ਵਾਲਾ ਹੈ, ਭਿਕਸ਼ਾਹਾਰੀ ਹੈ। ਸਾਰੇ ਪ੍ਰਮਾਤਮਾ ਤੋਂ ਮੰਗਦੇ ਨੇ, ਕੋਈ ਉੱਚੀ ਬੋਲ ਕੇ ਮੰਗ ਲੈਂਦਾ ਹੈ, ਕੋਈ ਜ਼ਿਹਨ ਵਿੱਚ ਅੰਦਰ ਖਾਤੇ ਮੰਗ ਲੈਂਦਾ ਹੈ। ਬੜੇ ਬੜੇ ਮਰਾਤਬਿਆਂ ਤੇ ਬੈਠੇ ਹੋਏ ਆਗੂ ਜਿਹੜੇ ਨੇ ਉਹ ਵੀ ਉਸ ਪ੍ਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਨੇ। ਨਿਰਧਨ ਗਰੀਬੜਾ ਤੇ ਅਰਦਾਸ ਕਰੇਗਾ ਹੀ। ਪਰਮਾਤਮਾ ਦਾਤਾਰ ਹੈ, ਦਾਨੀ ਹੈ, ਦੇਣ ਵਾਲਾ ਹੈ। ਔਰ ਉਸ ਪ੍ਰਭੂ ਲਈ ਇੱਥੇ ਲਫ਼ਜ਼ ਵਰਤਿਆ ਹੈ ਰਾਮ। ਰਾਮ ਦਾ ਭਾਵ ਹੁੰਦਾ ਜੋ ਰਮਿਆ ਹੈ, ਜੋ ਸਾਡੇ ਅੰਦਰ ਸਮਾਇਆ ਹੋਇਆ ਹੈ ਔਰ ਹਰ ਜ਼ਰੇ ਵਿੱਚ ਰਵ ਰਿਹਾ ਹੈ। ਇੱਕ ਜਗ੍ਹਾ ਬਾਣੀ ਵਿੱਚ ਆਉਂਦਾ ਹੈ, ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਰਾਮ ਰਵਿਆ ਨਹੀਂ ਹੈ। ਇੱਥੇ ਹਰ ਜ਼ਰੇ ਵਿੱਚ ਸਮਾਏ ਹੋਏ ਪਰਮੇਸ਼ਵਰ ਨੂੰ ਰਾਮ ਕਿਹਾ ਹੈ। ਸ਼੍ਰੀ ਰਾਮ ਚੰਦਰ ਜੀ ਦਾ ਇੱਥੇ ਜ਼ਿਕਰ ਨਹੀਂ ਹੈ। 5000 ਤੋਂ ਉੱਪਰ ਗਿਣਤੀ ਹੋ ਜਾਂਦੀ ਹੈ ਇਸ ਲਫ਼ਜ਼ ਦੀ ਬਾਣੀ ਅੰਦਰ। ਕੋਈ 2-4 ਵਾਰ ਸ਼੍ਰੀ ਰਾਮ ਚੰਦਰ ਮਹਾਰਾਜ ਲਈ ਇਹ ਲਫ਼ਜ਼ ਆਇਆ ਹੈ, ਜਿਵੇਂ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਕੋਈ ਦੋ ਰਾਏ ਨਹੀਂ ਹੈ। ਆਪਾਂ ਹਰ ਧਰਮ ਦੇ ਮਹਾਂਪੁਰਸ਼ਾਂ ਦਾ ਅਦਬ ਕਰਦੇ ਹਾਂ।
ਸ਼੍ਰੀ ਰਾਮਚੰਦਰ ਸਮੇਂ ਦੇ ਅਵਤਾਰ ਸਨ, ਬਾਣੀ ਵਿੱਚ ਜ਼ਿਕਰ ਹੈ। ਪਰ ਇਹ ਉਹ ਰਾਮ ਦੀ ਗੱਲ ਕੀਤੀ ਹੈ ਜਿਹੜਾ ਹਰ ਯੁੱਗ ਵਿੱਚ ਹੈ, ਇੱਕ ਯੁੱਗ ਤਾਈਂ ਸੀਮਿਤ ਨਹੀਂ ਹੈ, ਜੋ ਮਿਟਦਾ ਨਹੀਂ ਹੈ, ਸੁਤੇ ਸਿੱਧ ਪ੍ਰਕਾਸ਼ਵਾਨ ਹੈ, ਆਪਣੇ ਆਪ ਤੋਂ ਪ੍ਰਗਟ ਹੈ, ਜੋ ਸਾਰਿਆਂ ਹੀ ਗੁਰੂ ਪੀਰਾਂ ਰਹਿਬਰਾਂ ਅੰਦਰ ਪ੍ਰਗਟ ਹੈ, ਸਮਾਇਆ ਹੋਇਆ ਹੈ, ਜੀਵ ਜੰਤੂਆਂ ਵਿੱਚ ਸੁਭਾਏਮਾਨ ਹੈ। ਮਹਾਰਾਜ ਕਹਿੰਦੇ ਉਹ ਰਮਿਆ ਰਾਮ ਸਭ ਦਾ ਦਾਤਾ ਹੈ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ ਹੈ, ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ। ਪਰਮਾਤਮਾ ਦਾਤਾ ਹੈ, ਬਾਕੀ ਸਾਰਾ ਜਗਤ ਮੰਗਤਾ ਹੈ, ਮੰਗਣ ਵਾਲਾ ਹੈ। ਦ ਲਾਰਡ ਇਜ਼ ਦਾ ਗ੍ਰੇਟ ਗਿਵਰ। ਅਕਾਲ ਪੁਰਖ ਹੀ ਝੋਲੀਆਂ ਭਰਦਾ ਹੈ, ਬਾਕੀ ਕੋਈ ਛੋਟਾ ਮੰਗਤਾ ਹੈ, ਕੋਈ ਵੱਡਾ ਮੰਗਤਾ ਹੈ। ਜਿੱਡਾ ਅਮੀਰ ਹੋਵੇਗਾ ਉਹਦੀ ਮੰਗ ਵੀ ਓਡੀ ਵੱਡੀ ਹੈ, ਕਰੋੜਾਂ ਵਿੱਚ। ਜੇ ਕੋਈ ਦਿਹਾੜੀਦਾਰ ਹੈ ਉਹਦੀ 200-400 ਦੀ ਮੰਗ ਹੈ। ਹੈਨ ਸਾਰੇ ਹੀ ਮੰਗਤੇ, ਹਰ ਦੇਵ ਹੋ ਦਾਨ ਦਇਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਔਰ ਨਾਲ ਇਹ ਕਹਿ ਦਿੱਤਾ ਵੀ ਐ ਪ੍ਰਮਾਤਮਾ ਤੂੰ ਐਸਾ ਦਾਨੀ ਹੈ, ਜਿਹੜੇ ਪੱਥਰਾਂ ਵਿੱਚ ਕ੍ਰਿਮ ਹੁੰਦੇ ਨੇ ਨਾ, ਤੋ ਉੱਥੋਂ ਤਾਈਂ ਭੋਜਨ ਪਹੁੰਚਾ ਦਿੰਦਾ ਹੈ। ਕਈ ਵਾਰ ਆਮ ਹੀ ਜਿਹੜੇ ਦਿਹਾੜੀਦਾਰ ਲੋਕ ਨੇ ਜਦੋਂ ਪੱਥਰ ਆਦਿਕ ਕੁੱਟਦੇ ਨੇ, ਪੱਥਰ ਨੂੰ ਤੋੜਦੇ ਨੇ, ਵਿੱਚੋਂ ਕੀਟ ਨਿਕਲ ਆਉਂਦਾ ਹੈ, ਔਰ ਉਹਦੇ ਮੂੰਹ ਵਿੱਚ ਵੀ ਕੋਈ ਅੰਨ ਦਾ ਦਾਣਾ ਹੁੰਦਾ ਹੈ। ਸਮਝ ਨਹੀਂ ਪੈਂਦੀ ਵੀ ਇਹ ਬਾਹਰ ਕਿਸ ਰਸਤੇ ਆਇਆ, ਇਹ ਅੰਨ ਕਿੱਥੋਂ ਪਹੁੰਚਿਆ। ਪਰਮਾਤਮਾ ਦੀ ਕੁਝ ਐਸੀ ਖੇਡ ਹੈ, ਰਚਨਾ ਹੈ, ਜਿੰਨੇ ਜੀਵ ਜੰਤ ਨੇ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਲਫ਼ਜ਼ ਬੜਾ ਦਸਮ ਬਾਣੀ ਵਿੱਚ ਵਰਤਦੇ ਨੇ। ਰਾਜ਼ਕ, ਰਿਜ਼ਕ ਦੇਣ ਵਾਲਾ, ਰੋਜ਼ੀ ਦੇਣ ਵਾਲਾ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਹਾਕੁਰ ਰਹੀਮ। ਅਮਾ ਬਖਸ਼ੋ ਬਖਸ਼ਿੰਦ ਵੋ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਰੋਜ਼ੀ ਦੇਣ ਵਾਲਾ ਪਰਮੇਸ਼ਵਰ ਹੀ ਹੈ। ਉਹ ਜਿੰਨੇ ਉਹਨੇ ਦਾਣੇ ਲਿਖੇ ਨੇ ਕਰਮਾਂ ਵਿੱਚ, ਉਹਨੇ ਹੀ ਸ਼ੱਕ ਪਾਉਣੇ ਆ। ਦੀਨ ਦੁਨੀਆ ਦੇ ਮਾਲਕ ਇੱਥੇ ਸਮਝਾਉਂਦੇ ਨੇ, ਭਾਈ ਪਰਮਾਤਮਾ ਦੇ ਗੀਤ ਗਾਇਆ ਕਰੋ। ਕਹਿੰਦੇ ਨੇ ਜਨ ਨਾਨਕ ਨਾਮ ਤੇ ਆਇਆ, ਗੁਰਮੁਖ ਧਨਵੰਤਾ। ਧਨਵਾਨ ਬਣ ਜਾਓਗੇ, ਅਮੀਰ ਹੋ ਜਾਓਗੇ, ਦੁਨਿਆਵੀ ਧਨ ਵੀ ਮਿਲੇਗਾ ਤੇ ਨਾਮ ਧਨ ਵੀ ਮਿਲੇਗਾ। ਅਧਿਆਤਮਿਕਤਾ ਦੇ ਤੌਰ ਤੇ ਵੀ ਅਮੀਰ ਹੋਵੋਗੇ, ਮਹਾਂਪੁਰਸ਼ ਹੋ ਨਿਬੜੋਗੇ, ਸੰਤ ਹੋ ਨਿਬੜੋਗੇ ਆਮ ਜਗਿਆਸੂ ਤੋਂ। ਔਰ ਬਾਹਰੀ ਤੌਰ ਤੇ ਵੀ ਅਮੀਰ ਹੋ ਜਾਓਗੇ। ਗੁਰੂ ਨਾਨਕ ਦੇ ਸਿੱਖਾਂ ਕਰ ਗਰੀਬੀ ਨਹੀਂ ਰਹਿੰਦੀ, ਜਿਹੜੇ ਮਨ ਕਰਕੇ ਗੁਰੂ ਨਾਲ ਜੁੜ ਜਾਂਦੇ ਨੇ। ਉਹ ਤੇ ਵੰਡਣ ਵਾਲੇ ਨੇ, ਲੱਖਾਂ ਨੂੰ ਲੰਗਰ ਛਕਾ ਦਿੰਦੇ ਨੇ। ਸੋ ਐਸੀ ਬਖਸ਼ਿਸ਼ ਅਕਾਲ ਪੁਰਖ ਦੇ ਗੀਤ ਗਾਉਣ ਵਾਲੇ ਨੂੰ ਹੈ। ਤੁਮ ਦਾਤੇ ਹਮ ਸਦਾ ਭਿਖਾਰੀ, ਦਿਓ ਜਵਾਬ ਹੋਏ ਬਚਗਾਰੀ। ਤੂੰ ਦਾਤਾ ਏ ਔਰ ਅਸੀਂ ਸਦਾ ਹੀ ਤੇਰੇ ਦਰ ਤੇ ਭਿਖਾਰੀ ਹਾਂ। ਇੱਕ ਇੱਥੇ ਲਫ਼ਜ਼ ਵਰਤਿਆ ਹੈ ਬਚਗਾਰੀ। ਕਹਿੰਦੇ ਜਦੋਂ ਦਾਤਾ ਵੰਡਦਾ ਹੈ ਨਾ, ਤੇ ਜੇ ਅਸੀਂ ਨਾ ਨੁੱਕਰ ਕਰੀਏ, ਇਹ ਥੋੜਾ ਦਿੱਤਾ ਹੈ, ਇਹ ਠੀਕ ਨਹੀਂ ਕੀਤਾ, ਤਾਂ ਕਹਿੰਦੇ ਉਹ ਇਸ ਗੱਲੋਂ ਨਾਰਾਜ਼ ਹੋ ਜਾਂਦਾ ਹੈ। ਜਦੋਂ ਉਹਦੀ ਕਰਨੀ ਵਿੱਚ ਅਸੀਂ ਦਖਲ ਦਿੰਦੇ ਹਾਂ, ਤਾਂ ਇਹ ਆਪਣੀ ਗੁਨਾਹਗਾਰੀ ਬਣ ਜਾਂਦੀ ਹੈ।
दीन दुनिया दे मालक पता ही नहीं कदों तो साडियां झोलियां भर रहे ने। देंदा दे लैंदे थक पाहे, जुगा जुगंतर खाही खाहे। असीं झोलियां भर भर के तुरे जा रहे हैं। खुला बख्श रहा है, जुगां तो बख्श रहा है, पर साडे मूहों शुक्र नहीं निकलता। जदों भी गुरु घर आउणे हैं जां कोई मंदिर जांदा है, मस्जिद जांदा है, उलामा ही लैके जांदा है जो नहीं मिलिया उहदे बाबत। मैं कि तुहानूं सौखा दृष्टांत दिना, समझ आ जाएगी। एक बड़ा अमीर सेठ है, उन्हें देखिया भी मेरे इलाके विच इन्ने भिखारी ने भी ये रोज़ भीख मंगण आउंदे ने, ते उन्हें महीनावार दान बन दिता। मुनीम की ड्यूटी लाती भी इस भिखारी नूं 50 रुपये देने ने, इनू 25 देने ने, इनू 100 रुपया देना है। वो महीने दे महीने भिखारी जिहड़े ने मुनीम कोल आउंदे ने, तो माया लैके दान लैके चले जाते ने, ते बड़िया सालां तो इसे तरह ही चलता रहा। हुण एक भिखारी बड़ा गरीब सी, मफलस सी, उन्होंने 50 रुपये महीना मिलता सी। तो 1 तरीक नूं पैसे लैण आया, तो सेठ दे मुनीम ने उन्होंने आख्या भी थोड़ा फेर बदल हो गया है दान दे विच। अगे तैनूं 50 रुपये मिलते सी, हुण तैनूं 25 मिलने ने। तो भिखारी कलप उठिया, वो बड़ा नाराज होया भी की मतलब है तेरा, सदा तो ही मैनू 50 रुपये मिलते रहे ने, ते मैं 50 रुपये लए बिना इथों नहीं हटना, मैं 25 रुपये लैके वापस नहीं जाना। तो मुनीम ने समझाया भी जिस सेठ दे दर तो तुसीं महीनावारी दान ले जाते हो, उन्हां दी बेटी दा है विआह, तो विआह दे उत्ते खर्चा बड़ा आउणा है। सधारण विआह ते करेगा नहीं, बड़ा अमीर है, बड़े राजे महाराजे शिरकत करनगे विआह दे विच, सो थोड़ी असुविधा है, 50 की जगह 25 रुपये लै जाओ। तो भिखारी ने तो ला लिया धरना, वो तो उच्ची उच्ची रौला पाउण लग पिया भी तुसीं समझिया की है मैनू, मैं कोई अमीर हाँ, मैं कोई सेठ हाँ भी तुसीं मेरे हिस्से दे पैसे कट के अपने सेठ दी धी दे विआह ते लाओगे। हुण दरअसल बात यह है भी भिखारी नूं लंबे समय तो दान विच 50 रुपये मिलते सी, आदि हो गया। दान कोई दे रहा है तो दान का अधिकारी बन के बह गया भी ये मेरा है, सब कुछ हक जताउण लग पिया है। तो वो हुण 25 रुपए जिहड़े कट्टे जा रहे ने, वो जर नहीं पा रहा। अज उलामा ते दे दिता भी 25 रुपये कट लए ने, सालां तो जिहड़े 50 रुपये हर महीने लैंदा सी, कदे भी धन्नवाद नहीं करन आया सेठ दा भी एहसान है तेरा मेरे ते। ते जिस दिन 50 चों 25 रुपये रह गए, उस दिन उलामा खड़ा हो गया। इस गल नूं समझो, जो कुछ भी जीवन विच है तुहाडा नहीं है, ना माई ना बाप ना बच्चे ना दौलतां ना शौहरतां, तुसीं ते नंगे आए सी, तो तन ते 2 कपड़े भी नहीं सी तुहाडे कोल। ये सब कुछ इस संसार ते निरंकार वल्लों मिलिया है। ते जदों वो आपदा बख्शिया होया वापस लैंदा है, ते तुहानूं मुश्किल काहदी है। जदों घर विच मौत हुंदी है ते रब नूं वैरी कहने हैं, पैसे आए खेड़ा चढ़ गया, पैसे हथों निकल गए, ते रब नूं बुरा भला कहने हैं।
ਜੋ ਪੁੱਛ ਕੇ ਦਿੱਤਾ ਨਹੀਂ ਹੈ ਉਹ ਪੁੱਛ ਕੇ ਲਿਜਾਂਦਾ ਵੀ ਨਹੀਂ ਹੈ। ਪੁੱਛ ਨਾ ਸਾਜੇ ਪੁੱਛ ਨਾ ਢਾਹੇ। ਇਹ ਵਾਧੂ ਦੇ ਅਧਿਕਾਰੀ ਬਣੇ ਬੈਠੇ ਹੋ ਤੁਸੀਂ। ਮੇਰੀ ਜ਼ਮੀਨ ਹੈ, ਮੇਰਾ ਪਰਿਵਾਰ ਹੈ, ਮੇਰਾ ਪੈਸਾ ਹੈ। ਤੁਹਾਡਾ ਹੁੰਦਾ ਤੇ ਤੁਹਾਡੇ ਨਾਲ ਦੁਨੀਆ ਤੇ ਆਉਂਦਾ ਤੇ ਤੁਹਾਡੇ ਨਾਲ ਤੁਰ ਜਾਂਦਾ। ਮੜੀਆਂ ਤੋਂ ਅੱਗੇ ਤਾਂ ਕੋਈ ਗਿਆ ਹੀ ਨਹੀਂ ਤੁਹਾਡੇ ਨਾਲ, ਨਾ ਕਿਸੇ ਨੇ ਜਾਣਾ ਹੈ। ਅੱਛਾ, ਜਦੋਂ ਵੀ ਆਏ ਹਾਂ ਕਟੌਤੀ ਬਾਬਤ ਵਿਰੋਧ ਹੀ ਕਰਨ ਆਏ ਆ ਵੀ ਪਿਛਲੇ ਸਾਲ ਆਮਦਨੀ ਵੱਧ ਸੀ, ਐਤਕੀ ਘਟ ਗਈ ਹੈ। ਕਦੇ ਧੰਨਵਾਦ ਕਰ ਨਹੀਂ ਆਏ ਵੀ ਔਕਾਤ ਨਾਲੋਂ ਵੱਧ ਦਿੱਤਾ ਹੈ। ਕਦੇ ਇਸ ਦੁਰਲੱਭ ਜ਼ਿੰਦਗੀ ਬਾਬਤ ਧੰਨਵਾਦ ਕੀਤਾ ਹੈ। ਮੌਤ ਦੀ ਸਾਰੇ ਸ਼ਿਕਾਇਤ ਕਰਨਗੇ, ਇਹ ਨਹੀਂ ਸੀ ਹੋਣਾ ਚਾਹੀਦਾ। ਸੁੱਖ ਦੇ ਵੇਲੇ ਕੋਈ ਧੰਨਵਾਦ ਨਹੀਂ, ਦੁੱਖ ਦੇ ਵੇਲੇ ਸ਼ਿਕਾਇਤ ਹੈ। ਆਪਾਂ ਸੁੱਖ ਦੇ ਲਈ ਕਦੇ ਵੀ ਗੁਰਦੁਆਰੇ ਨਹੀਂ ਆਏ ਵੀ ਅੱਜ ਸਿਰਫ ਧੰਨਵਾਦ ਕਰਨਾ ਹੈ। ਗੁਰੂ ਹਰਿਕ੍ਰਿਸ਼ਨ ਬੜਾ ਦਿੱਤਾ ਹੈ। ਸ਼ਿਕਾਇਤ ਲੈ ਕੇ ਜ਼ਰੂਰ ਆ ਗਏ ਆ ਵੀ ਮੰਗਿਆ ਬਹੁਤਾ ਸੀ, ਮਿਲਿਆ ਥੋੜਾ ਹੈ। ਪਰਮਾਤਮਾ ਨੂੰ ਜਦੋਂ ਵੀ ਪੁਕਾਰਿਆ ਹੈ, ਦੁੱਖ ਵਿੱਚ ਪੁਕਾਰਿਆ ਹੈ, ਦਰਦ ਵਿੱਚ ਪੁਕਾਰਿਆ ਹੈ, ਕੋਈ ਸ਼ਿਕਾਇਤ ਕਰਨ ਲਈ ਪੁਕਾਰਿਆ ਹੈ, ਕਦੇ ਧੰਨਵਾਦ ਲਈ ਦੋ ਬੋਲ ਸਾਡੇ ਗਲੂਏ ਚੋਂ ਨਹੀਂ ਨਿਕਲੇ। ਇਹਨੂੰ ਪਤਾ ਬਾਣੀ ਨੇ ਕੀ ਕਿਹਾ ਹੈ? 10 ਵਸਤੂ ਲੈ ਪਾਸ਼ੈ ਭਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਕਹਿੰਦੇ ਜੋ 10 ਚੀਜ਼ਾਂ ਲਈਆਂ ਉਹ ਸਾਂਭ ਕੇ ਭੁੱਲ ਗਿਆ, ਤੋ ਜੇ ਇੱਕ ਦਾਤ ਨਹੀਂ ਮਿਲੀ ਤੇਰੇ ਮੰਗਣ ਤੇ ਉਹ ਨਾਰਾਜ਼ਗੀ ਜ਼ਾਹਰ ਕਰ ਲਈ। ਪਰਮਾਤਮਾ ਦਾ ਹੀ ਉਲਟ ਹੋ ਗਿਆ, ਧਰਨਾ ਲਾ ਕੇ ਬਹਿ ਗਿਆ, ਗਿਲਾ ਕਰਨ ਲੱਗ ਪਿਆ। ਕਹਿੰਦੇ ਏਕ ਭੀ ਨਾ ਦੇ 10 ਭੀ ਹਿਰ ਲੈ। ਤੇ ਜੇ ਉਹ ਇੱਕ ਵੀ ਵਸਤੂ ਨਾ ਦਿੰਦਾ ਜੋ ਪਹਿਲਾਂ 10 ਦਿੱਤੀਆਂ ਨੇ, ਜੋ ਦਿੱਤਾ ਹੈ ਉਹ ਵੀ ਖੋ ਲਵੇ, ਤੋ ਮੂੜਾ ਕਹੋ ਕਹਾ ਕਰੇ। ਤੂੰ ਕੀ ਵਿਗਾੜ ਲਵੇਂਗਾ ਉਹਦਾ? ਕਿ ਤੂੰ ਮੰਨਣੋਂ ਹਟ ਜਾਵੇਂਗਾ ਰੱਬ ਨੂੰ ਤੇ ਰੱਬ ਦੀ ਹੋਂਦ ਮਿਟ ਜਾਵੇਗੀ? ਨਹੀਂ, ਤੇਰੀ ਹੋਂਦ ਜ਼ਰੂਰ ਮਿਟੇਗੀ। ਉਹਦੀ ਹੋਂਦ ਤੇ ਬਰਕਰਾਰ ਹੈ ਸਦੀਆਂ ਤੋਂ। ਕਈ ਨਾਸਤਕ ਪੈਦਾ ਹੋਏ, ਕਈ ਵਿਰੋਧ ਕਰਨ ਵਾਲੇ ਪੈਦਾ ਹੋਏ, ਪਰਮਾਤਮਾ ਨੂੰ ਕੀ ਫਰਕ ਪੈਂਦਾ ਹੈ? ਮੁੱਕਦੀ ਗੱਲ ਇਹ ਹੈ, ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕਹੋ ਕੀਜੈ ਸਦ ਨਮਸਕਾਰਾ। ਉੱਥੇ ਜ਼ੋਰ ਨਹੀਂ ਚੱਲਦਾ, ਨਮਸਕਾਰ ਚੱਲਦੀ ਹੈ, ਸਜਦਾ ਚੱਲਦਾ ਹੈ, ਸਿਰ ਝੁਕਾਉਣਾ ਪੈਂਦਾ ਹੈ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਵੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਜਿਹੜੇ ਉਹਦੇ ਹੁਕਮ ਨੂੰ ਮੰਨ ਲੈਂਦੇ ਨੇ, ਕਹਿੰਦੇ ਸਾਰੇ ਹੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਸੋ ਇਸ ਗੱਲ ਦਾ ਖਿਆਲ ਰੱਖਿਓ, ਜੋ ਮਿਲਿਆ ਹੈ ਸ਼ੁਕਰਾਨਾ ਕਰੋ, ਜੋ ਨਹੀਂ ਮਿਲਿਆ ਬੇਨਤੀ ਕਰੋ, ਗਿਲਾ ਨਾ ਕਰੋ। ਜੋ ਮਿਲਿਆ ਹੈ ਉਹ ਵੀ ਖੋ ਲਵੇ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਸ਼ੁਕਰ ਕਰਨਾ ਸਿੱਖੋ ਤੇ ਖੁਸ਼ੀਆਂ ਖੇੜੇ ਜੀਵਨ ਵਿੱਚ ਰਹਿਣਗੇ। ਸਾਰਿਆਂ ਦਾ ਦਾਤਾ ਰਾਮ ਹੈ, ਕਹੋ ਨਾਨਕ ਮਨ ਸਿਮਰ ਤਿਹ ਪੂਰਨ ਹੋਵਹਿ ਕਾਮ। ਸਦਾ ਉਹਦੀਆਂ ਦਾਤਾਂ ਦਿੱਤੀਆਂ ਨੂੰ ਯਾਦ ਕਰੋ, ਔਰ ਜਦੋਂ ਦਾਤਾਂ ਯਾਦ ਵਿੱਚ ਟਿਕ ਗਈਆਂ ਤੇ ਦਾਤਾਰ ਦਾ ਚੇਤਾ ਆਵੇਗਾ ਵੀ ਸਭ ਸੁੱਖ ਉਸ ਤੇ ਦਿੱਤੇ ਨੇ। ਤੇ ਜਦੋਂ ਚੇਤੇ ਵਿੱਚ ਆ ਗਿਆ ਉਹਨੂੰ ਸਿਮਰੋਗੇ, ਤੁਹਾਡਾ ਹਰ ਕਰਮ ਜਿਹੜਾ ਹੈ ਉਹ ਸਫਲਾ ਹੋਵੇਗਾ। ਤੁਹਾਡੀ ਹਰ ਮਨ ਦੀ ਇੱਛਾ ਪੂਰੀ ਹੋਵੇਗੀ। ਸਤਿਗੁਰ ਮੰਤਰ ਦਿਓ ਹਰ ਨਾਮ, ਇਹ ਆਸਰ ਪੂਰਨ ਭਏ ਕਾਮ। ਗੁਰਾਂ ਨੇ ਅਕਾਲ ਪੁਰਖ ਦੇ ਨਾਮ ਦਾ ਮੰਤਰ ਦਿੱਤਾ। ਜਦੋਂ ਮੰਤਰ ਦਾ ਆਸਰਾ ਲੈ ਲਿਆ, ਸਾਰੇ ਹੀ ਕਾਰਜ ਜਿਹੜੇ ਨੇ ਨੇਪਰੇ ਚੜ ਗਏ। ਪੂਰਨ ਆਸ ਕਰੀ ਖਿਨ ਭੀਤਰ, ਹਰ 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 ਗੁਣ ਜਾਪੇ ਜੀਓ। ਜਿਨ੍ਹਾਂ ਹਰੀ ਦੇ ਗੀਤ ਗਾਏ ਉਹਨਾਂ ਦੀ ਹਰ ਆਸਾ ਪੂਰੀ ਹੋ ਗਈ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਹੁਕਮ ਕਰਦੇ ਨੇ, ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਮਹਾਰਾਜ ਆਖਣ ਲੱਗੇ,
ਇਸ ਸਰੀਰ ਦਾ, ਇਸ ਸੰਸਾਰ ਦਾ, ਆਪਣੇ ਤਖਤ ਦਾ, ਜਾਤ ਦਾ, ਸੱਜਣਾ ਮਿੱਤਰਾਂ ਦਾ, ਰਿਸ਼ਤੇਦਾਰਾਂ ਦਾ ਮਾਣ ਕਿਉਂ ਕਰਦਾ ਹੈ? ਇਹ ਜਿਤਨੀ ਵੀ ਰਚਨਾ ਅੱਖਾਂ ਨਾਲ ਵੇਖਦਾ ਹੈ ਸੁਪਨੇ ਵਰਗੀ ਹੈ। ਇਸ ਦਾ ਅਭਿਮਾਨ ਨਾ ਕਰ, ਇਹ ਸਦੀਵੀ ਕੁਝ ਵੀ ਨਹੀਂ ਹੈ। ਹੁਣ ਸੁਪਨਾ ਜੋ ਲਫ਼ਜ਼ ਹੈ, ਇਹਦਾ ਭਾਵ ਤੁਸੀਂ ਭਲੀ ਪ੍ਰਕਾਰ ਦੇ ਨਾਲ ਸਮਝਦੇ ਹੋ। ਜਾਗਰਤ ਤੇ ਸੁਖੋਪਤ ਵਿਚਕਾਰ ਦੀ ਅਵਸਥਾ। ਜਾਗਦੇ ਆਪਾਂ ਫਿਰ ਰਹੇ ਹਾਂ, ਤੇ ਇੱਕ ਉਹ ਨੀਂਦਰਾ ਹੈ ਜੋ ਬੜੀ ਗਹਿਰੀ ਹੈ, ਜਿਹਦੇ ਵਿੱਚ ਸੁਪਨਾ ਨਹੀਂ ਆਉਂਦਾ। ਉਹਦੇ ਦਰਮਿਆਨ ਇੱਕ ਸੁਪਨ ਅਵਸਥਾ ਹੈ। ਜਦੋਂ ਆਦਮੀ ਸਰੀਰ ਕਰਕੇ ਤੇ ਟਿਕਿਆ ਹੈ, ਪਰ ਮਨ ਉਹਦਾ ਕਾਰੇ ਲੱਗਿਆ ਹੋਇਆ ਹੈ। ਜਾਗਦਿਆਂ ਵਾਂਗੂ ਮਨ ਕਾਰ ਵਿਵਹਾਰ ਕਰਦਾ ਹੈ। ਉਹ ਜੋ ਮਨ ਦੀ ਭੱਜ ਦੌੜ ਹੈ, ਸਰੀਰ ਦੇ ਆਰਾਮ ਵਿੱਚ ਗਿਆ ਹੋਇਆ, ਉਸ ਅਵਸਥਾ ਨੂੰ ਆਪਾਂ, ਉਸ ਕਿਰਿਆ ਨੂੰ ਆਪਾਂ ਸੁਪਨਾ ਕਹਿ ਦਿੰਦੇ ਹਾਂ। ਮਹਾਰਾਜ ਕਹਿੰਦੇ ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਇਹ ਜਗਤ ਸੁਪਨੇ ਵਰਗਾ ਹੈ। ਸਾਚ ਕਰ ਹਮ ਗਾਠ ਦੀਨੀ ਛੋਟ ਪਰਮ ਨਿਧਾਨੰ। ਪਰਮ ਨਿਧਾਨ, ਪਰਮ ਈਸ਼ਵਰ, ਅਕਾਲ ਪੁਰਖ ਜੋ ਸੱਚ ਹੈ, ਉਹਨੂੰ ਛੱਡ ਦਿੱਤਾ। ਸੁਪਨੇ ਵਰਗੇ ਸੰਸਾਰ ਨੂੰ ਗੰਢ ਬੰਨ੍ਹ ਲਈ, ਪੱਲੇ ਬੰਨ੍ਹ ਲਿਆ, ਪਰ ਇਹ ਸੱਚ ਨਹੀਂ ਹੈ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਰਾਤ ਨੂੰ ਸੁਪਨਾ ਆਉਂਦਾ ਹੈ, ਰਾਜ ਭਾਗ ਭੋਗ ਰਿਹਾ ਹੈ, ਤੇ ਵੈਸੇ ਚਾਹੇ ਭਿਖਾਰੀ ਹੋਵੇ, ਉਹ ਸੁਪਨ ਅਵਸਥਾ ਵਿੱਚ ਮਾਲੂਮ ਹੁੰਦਾ ਹੈ ਵੀ ਰਾਜ ਮਿਲ ਗਿਆ ਹੈ। ਤੂੰ ਤਾਂ ਖਿਣ ਭੀਤਰ ਦਾ ਰਾਜ ਹੈ। ਜਦੋਂ ਅੱਖ ਖੁੱਲ ਗਈ, ਕਿਸੇ ਨੇ ਕੰਨੋਂ ਫੜ ਕੇ ਉਠਾ ਦਿੱਤਾ, ਅੱਖ ਖੁੱਲਿਆਂ ਪਤਾ ਲੱਗਿਆ ਵੀ ਇਹ ਕੁਝ ਵੀ ਸੱਚ ਨਹੀਂ ਸੀ। ਹੱਥੋਂ ਰੇਤ ਵਾਂਗੂ ਕਿਰ ਗਿਆ ਸੁਪਨਾ। ਵਾਰ-ਵਾਰ ਯਤਨ ਕੀਤਿਆਂ ਵੀ ਉਹ ਸੁਪਨਾ ਫਿਰ ਨਹੀਂ ਆਉਂਦਾ। ਉਹ ਮੈਲ ਨਹੀਂ ਉਸਰਦੇ ਜਿਹੜੇ ਸੁਪਨੇ ਵਿੱਚ ਟਿਕੇ ਹੋਏ ਸਨ। ਇਸੇ ਤਰ੍ਹਾਂ ਹੀ ਇਹ ਦੁਨੀਆ ਹੈ। ਜੈਸਾ ਸੁਪਨਾ ਰਹਿਨ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗ ਹੈ ਗਵਾਰ। ਕਈ ਵਾਰ ਆਪਾਂ ਕਹਿ ਨਾ ਮੂਰਖ ਬੰਦੇ ਕਿਉਂ ਸਮਝ ਨਹੀਂ ਆਉਂਦੀ, ਇਹ ਕੀ ਕਰਦਾ ਪਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਐ ਗਵਾਰ, ਅਨਪੜ੍ਹ ਬੰਦੇ, ਭਾਵ ਅੰਦਰ ਦੇ ਗਿਆਨ ਤੋਂ ਹੀਣੇ ਬੰਦੇ, ਕਿਉਂ ਸੱਚ ਸਮਝ ਲਿਆ ਦੁਨੀਆ ਨੂੰ। ਉਹ ਜਿਹੜਾ ਮੀਟੀ ਅੱਖ ਦਾ ਸੁਪਨਾ ਸੀ, ਉਹ ਅੱਖ ਖੁੱਲਦਿਆਂ ਟੁੱਟ ਗਿਆ। ਕਹਿੰਦੇ ਆ ਤੈਨੂੰ ਇਸ ਖੁੱਲੀ ਅੱਖ ਦੇ ਸੁਪਨੇ ਬਾਰੇ ਦੱਸੀਏ। ਜਿਹੜੇ ਮੈਲ ਉਸਰੇ ਹੋਏ ਖੁੱਲੀ ਅੱਖ ਨਾਲ ਵੇਨਾ ਹੈ, ਇੱਕ ਦਿਨ ਇਹ ਵੀ ਸੁਪਨਾ ਟੁੱਟੇਗਾ। ਪੁੱਛੋ ਜੀ ਕਦੋਂ ਟੁੱਟਦਾ ਹੈ? ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਜਮ ਆ ਜਾਂਦੇ ਚੜ ਕੇ। ਜਦੋਂ ਸਿਰ ਵਿੱਚ ਡਾਂਗ ਪੈਂਦੀ ਹੈ ਨਾ, ਭਾਵ ਮੌਤ ਦਾ ਹੁਕਮ ਗੂੰਜਦਾ ਹੈ ਸਾਡੇ ਸਿਰ ਉੱਤੇ, ਕਹਿੰਦੇ ਫਿਰ ਜਾਗ ਆਉਂਦੀ ਹੈ ਮਨਾ। ਜੇ ਮੀਟੀ ਅੱਖ ਵਾਲਾ ਸੁਪਨਾ ਸੱਚ ਨਹੀਂ ਸੀ, ਜੋ ਵੇਖਿਆ ਅੱਖ ਖੁੱਲਦਿਆਂ ਹੀ ਜਾਂਦਾ ਰਿਹਾ। ਇਹ ਖੁੱਲੀ ਅੱਖ ਵਾਲੀ ਜਿਹੜੀ ਦੁਨੀਆ ਹੈ, ਜੋ ਸੁਪਨ ਮੈਂ ਦੇਖ ਰਿਹਾ ਹਾਂ, ਇਹ ਇੱਥੇ ਰਹਿ ਚੱਲਿਆ, ਜਮ ਲੈ ਚੱਲੇ ਨੇ। ਹੈਨ ਦੋਵੇਂ ਹੀ ਸੁਪਨੇ। ਹਾਂ, ਸਮੇਂ ਦਾ ਅੰਤਰਾ ਹੈ। ਕੋਈ ਸੁਪਨਾ ਲੰਮਾ ਚੱਲ ਜਾਂਦਾ, ਕੋਈ ਛੋਟਾ ਚੱਲਦਾ ਹੈ। ਉਹ ਮੀਟੀ ਅੱਖ ਦਾ ਸੁਪਨਾ ਥੋੜ੍ਹੀ ਦੇਰ ਚੱਲਿਆ, ਖੁੱਲੀ ਅੱਖ ਦਾ ਭੋਰਾ ਵੱਧ ਚੱਲ ਗਿਆ। ਰੇ ਮਨ ਤੇਰੋ ਕੋਏ ਨਹੀਂ, ਖਿੰਚ ਲੈ ਜਿਨ ਭਾਰ, ਵਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਜੋ ਕੁਝ ਵੇਖਿਆ ਮਹਾਰਾਜ ਕਹਿੰਦੇ ਤੇਰਾ ਨਹੀਂ। ਇਹ ਸੰਸਾਰ ਇੱਕ ਰੁੱਖ ਹੈ, ਤੇ ਰੁੱਖ ਦੇ ਉੱਤੇ ਕਈ ਪੰਛੀ ਇਕੱਠੇ ਹੋ ਜਾਂਦੇ ਨੇ। ਤੋ ਰਾਤ ਲੰਘਦੀ ਹੈ, ਉੱਡ ਜਾਂਦੇ ਨੇ। ਇੱਦਾਂ ਅਵਸਥਾ ਰੂਪੀ ਰਾਤ ਸਾਰੇ ਹੀ ਇਸ ਬਿਰਖ ਤੇ ਸੰਸਾਰ ਤੇ ਅਸੀਂ
ਬਤੀਤ ਕਰਨ ਆਏ ਹੈ। ਕੋਈ ਜਲਦੀ ਉੱਡ ਜਾਂਦਾ, ਕੋਈ ਥੋੜਾ ਲੇਟ ਉੱਡ ਜਾਂਦਾ, ਉੱਡ ਸਾਰੇ ਹੀ ਜਾਂਦੇ ਨੇ। ਕਹਿੰਦੇ ਜੋ ਤਨ ਤੈ ਆਪਣੋ ਕਰਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨਮੈ ਕਛ ਤੇਰੋ ਰੇ ਨਾਹਨ। ਦੇਖੋ ਸੋਚ ਵਿਚਾਰੀ, ਇਹ ਘਰ ਵਾਲੀ ਹੈ ਮੇਰੀ, ਇਹ ਮੇਰੇ ਸੁੰਦਰ ਮਕਾਨ ਨੇ, ਇਹ ਮੇਰੀ ਜ਼ਮੀਨ ਹੈ, ਜਾਇਦਾਦ ਹੈ, ਮੇਰਾ ਤਖਤ ਹੈ। ਕਹਿੰਦੇ ਇਸ ਤਖਤ ਨੂੰ ਭੋਗਣ ਵਾਲੇ ਕਈ ਚਲੇ ਗਏ। ਇਹ ਜ਼ਮੀਨ ਤੇ ਕਈਆਂ ਦੀਆਂ ਕਬਰਾਂ ਖੁਦੀਆਂ ਹੋਈਆਂ ਨੇ। ਜੇ ਉਹ ਨਹੀਂ ਰਹੇ ਤੇ ਤੂੰ ਕਿੱਥੇ ਟਿਕੇਂਗਾ? ਵਿਚਾਰ ਕਰਕੇ ਦੇਖ, ਮਾਲਕ ਇੱਕ ਹੀ ਹੈ, ਉਹ ਹੈ ਅਕਾਲ ਪੁਰਖ। ਤੂੰ ਕੁਝ ਸਮੇਂ ਲਈ ਆਇਆ ਹੈ, ਚਲਿਆ ਜਾਵੇਂਗਾ। ਇੱਕ ਸ਼ਾਇਰ ਦੇ ਬੋਲ ਨੇ, उस गली ने ये सुन के सब्र किया, जाने वाले यहाँ के थे ही नहीं। अखीर यही सब्र करना पैंदा भी जो चलिया गया है उहदे ते हक साडा नहीं सी। जिसकी बस्त सोई लै जाएगा, रोस किसै स्यों कि जै जो पुछ के दिता ही नहीं, पुछ के ले जावेगा क्यों वो। ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਨਾਸ਼ਵਾਨਤਾ ਨੂੰ, ਇਸ ਦੁਨੀਆ ਨੂੰ ਬਿਆਨ ਕੀਤਾ ਹੈ ਵੀ ਕਿਵੇਂ ਫਨਾ ਹੁੰਦੀ ਹੈ। ਫਨਾ ਪਜ਼ੀਰ ਬਵਦ ਹਰਚੇ ਹਸਤ ਦਰ ਆਲਮ, ਨਾ ਆਸ਼ਕਾਂ ਕੇ ਜ਼ੇ ਅਸਰਾਰ ਇਸ਼ਕ ਅਗਾਹ ਅੰਦ। ਸੰਸਾਰ ਵਿੱਚ ਜੋ ਵੇਖਿਆ ਨਾਸ਼ ਹੋਵੇਗਾ, ਜੋ ਅੱਖਾਂ ਦਾ ਵਿਸ਼ਾ ਹੈ ਉਹ ਵੀ ਮਿਟ ਜਾਣਾ, ਤੇ ਜਿਹਨੂੰ ਅੱਖਾਂ ਨਹੀਂ ਵੇਂਦੀਆਂ, ਅਗੋਚਰ ਦੁਨੀਆ। ਹੁਣ ਸਾਰੇ ਤਾਰੇ ਥੋੜੀ ਨਜ਼ਰੀ ਆਉਂਦੇ ਨੇ। ਆਪਣੀ ਇੱਕ ਗਲੈਕਸੀ ਦੇ ਵਿੱਚ ਹੀ ਬਿਲੀਅਨਸ ਖੰਡ ਨੇ, ਟੁਕੜੇ ਨੇ, ਤਾਰੇ ਨੇ, ਉਹੀ ਨਜ਼ਰੀ ਨਹੀਂ ਆਉਂਦੇ। ਤੇ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਜ਼ ਨੇ, ਕਿੱਡਾ ਕੁ ਬ੍ਰਹਿਮੰਡ ਹੈ ਜੋ ਨਹੀਂ ਨਜ਼ਰੀ ਆ ਰਿਹਾ। ਇਹਦਾ ਮਤਲਬ ਇਹ ਥੋੜ੍ਹੀ ਉਹ ਹੈ ਨਹੀਂ ਹੈ। ਹਾਂ, ਤੁਹਾਡੀ ਖੋਜ ਜਿੱਥੋਂ ਤੱਕ ਹੈ ਤੁਸੀਂ ਬਿਆਨ ਕਰਤਾ। ਬੜਾ ਕੁਝ ਹੈ ਦੁਨੀਆ ਤੇ ਦਿਖਦਾ ਨਹੀਂ, ਪਰ ਉਹ ਵੀ ਮਿਟੇਗਾ। ਜੋ ਦਿਖ ਰਿਹਾ ਹੈ ਉਹ ਵੀ ਮਿਟੇਗਾ। ਅੱਖਾਂ ਦਾ ਵਿਸ਼ਾ ਜੋ ਵੀ ਹੈ ਉਹਨੂੰ ਥਿਰਤਾ ਨਹੀਂ ਮਿਲੀ ਦੁਨੀਆ ਤੇ, ਉਹਨੇ ਇੱਕ ਨਾ ਇੱਕ ਦਿਨ ਮਿਟੀ ਜਾਣਾ ਹੈ। ਅੱਗੇ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਗਰਬ ਕਰਤ ਹੈ ਦੇਹ ਕੋ ਬਿਨਸੈ ਛਿਨਮੈ ਮੀਤ। ਕਹਿੰਦੇ ਬੜਾ ਅਟਿਆ ਰਹਿਣਾ ਹੈ ਹੰਕਾਰ ਦੇ ਵਿੱਚ। ਕੀ ਮਾਣ ਇਸ ਮਿੱਟੀ ਦੀ ਦੇਹੀ ਦਾ ਕਰਦਾ ਹੈ? ਅੱਖ ਝੁਮਕਣ ਜਿੰਨੇ ਸਮੇਂ ਵਿੱਚ ਬਿਨਸ ਜਾਵੇਗੀ, ਮਿਟ ਜਾਵੇਗੀ, ਇਹਨੇ ਟਿਕੇ ਨਹੀਂ ਰਹਿਣਾ। ਇੱਕ ਛਿਣ ਲੱਗੇਗਾ ਇਹਦਾ ਖੁਰਾ ਖੋਜ ਮਿਟਣ ਦੇ ਲਈ। ਇੱਕ ਜਗ੍ਹਾ ਮਹਾਰਾਜ ਕਹਿੰਦੇ, ਤੂੰ ਕਾਏ ਗਰਭ ਹੈ ਬਾਵਲੀ, ਜੈਸੇ ਭਾਦੋ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਖੁੰਬਾਂ ਦੀ ਸਬਜ਼ੀ ਖਾਂਦੇ ਹੋ ਨਾ, ਗੰਦਗੀ ਵਿੱਚ ਪੈਦਾ ਹੁੰਦੀਆਂ ਨੇ, ਰੂੜੀ ਤੇ ਪੈਦਾ ਹੁੰਦੀਆਂ ਨੇ, ਹਿਊਮਸ ਵਿੱਚ ਪੈਦਾ ਹੁੰਦੀਆਂ ਨੇ। ਤੋ ਜਿਹੜੀ ਖੁੰਬ ਹੈ ਉਹ ਬੜੀ ਜਲਦੀ ਮੁਰਝਾ ਜਾਂਦੀ ਹੈ। ਕੋਈ 8 ਕੁ ਪੈਰ ਉਹਦੀ ਉਮਰ ਹੈ। ਉਹ ਕਮ ਸੇ ਕਮ ਖੁੰਬ ਦੀ ਗਰੰਟੀ ਤੇ ਹੈ 8 ਪੈਰ ਕੱਢ ਜਾਵੇਗੀ। ਮਹਾਰਾਜ ਕਹਿੰਦੇ, ਤੈਨੂੰ ਗਰਭ ਕਾਹਦਾ ਹੈ? ਤੇਰੀ ਤੇ ਅਗਲੇ ਸਾਹ ਦੀ ਗਰੰਟੀ ਕੋਈ ਨਹੀਂ ਦਿੰਦਾ। हजरत इंसान का कितना तिकाम्बर तेज है, माटी का पुतला बना फिर माटी से परहेज है। कहते मिट्टी का पुतला है। इन्ना अहंकार कादा है, जिहड़ी कदमां तले रुल रही है उसे मिट्टी का तो बनिया तू, एक दिन उसे मिट्टी विच रलेगा पवेगा।
ਬੜਾ ਤਿਕੰਬਰ ਉੱਚਾ ਹੈ, ਬੜਾ ਹੰਕਾਰ ਉੱਚਾ ਹੈ, ਚੰਦ ਤਾਰਿਆਂ ਵਾਂਗੂ ਹੰਕਾਰ ਚਮਕਦਾ ਹੈ ਤੇਰਾ। ਮਾੜੀ ਜੀ ਮਿੱਟੀ ਉੱਡ ਕੇ ਪੈ ਜਾਵੇ ਤੇ ਕੱਪੜੇ ਝਾੜਦਾ ਹੈ। ਰੁਮਾਲ ਕੱਢ ਲੈਂਦੇ ਸਰਦਾਰ ਜੀ ਵੀ, ਇਹ ਕਿੱਥੋਂ ਮਿੱਟੀ ਲੱਗ ਗਈ। ਬੜਾ ਹੰਕਾਰ ਕਰਦਾ ਹੈ, ਕੋਈ ਮਿੱਟੀ ਨਹੀਂ ਝਾੜੇਗਾ ਜਦੋਂ ਸਿਰ ਵਿੱਚ ਪੈ ਗਈ। ਅੰਤ ਸਮਾਂ ਆ ਗਿਆ। ਇਹ ਫੁੱਲ ਮਿੱਟੀ ਵਿੱਚ ਹੀ ਰੁਲਣੇ ਨੇ। ਜੇ ਚੁੱਕ ਕੇ ਦਰਿਆਏ ਪਾ ਦਿੱਤੇ, ਨਹਿਰੇ ਰੋੜ ਦਿੱਤੇ, ਤੇ ਉਹ ਵੀ ਖੀਰ ਰੇਤਾ ਮਿੱਟੀ ਵਿੱਚ ਹੀ ਰੁਲਣੇ ਨੇ। ਸੋ ਗਰਭ ਮਹਾਰਾਜ ਕਹਿੰਦੇ ਕਿਸ ਗੱਲ ਦਾ ਹੈ? ਤਖਤ ਦਾ ਕਰਦਾ ਹੈ। ਕਈ ਰਾਜੇ ਚਲੇ ਗਏ, ਨਾ ਗਰੀਬ ਨੂੰ ਕਾਲ ਛੱਡਦਾ ਹੈ, ਨਾ ਅਮੀਰ ਨੂੰ ਛੱਡਦਾ ਹੈ। ਦੁਨੀਆ ਤੁਰੀ ਜਾ ਰਹੀ ਹੈ। ਸੋ ਬਾਣੀ ਕਹਿੰਦੀ ਹੈ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਸਾਹ ਦਾ ਭਰੋਸਾ ਨਹੀਂ ਹੈ ਬੰਦੇ ਦਾ। ਮਾਣ ਨਹੀਂ ਕਰਨਾ ਚਾਹੀਦਾ। ਜਿਹ ਪ੍ਰਾਨੀ ਹਰ ਜਸ ਕਹਿਓ, ਨਾਨਕ ਤਿਹ ਜਗ ਜੀਤ। ਇਸ ਗੱਲ ਦਾ ਖਿਆਲ ਰੱਖਿਓ, ਇਹ ਜੀਵਨ ਨੇਕ ਕਰਮ ਕਰਨ ਲਈ ਮਿਲਿਆ ਹੈ। ਜਗ ਜੀਤ ਉਹੀ ਹੈ ਜਿਨਨੇ ਨੇਕ ਨਾਮੀ ਹੋਣਾ ਕੀਤਾ, ਜਿਨਨੇ ਗੁਨਾਹ ਨਹੀਂ ਕੀਤੇ, ਜਿਨਨੇ ਪਾਪ ਨਹੀਂ ਕੀਤਾ, ਜਿਨਨੇ ਭਲਾ ਹੀ ਕੀਤਾ ਹੈ, ਜਿਨੇ ਹਰ ਜ਼ਰੇ ਵਿੱਚ ਪ੍ਰਮਾਤਮਾ ਨੂੰ ਪ੍ਰਗਟ ਜਾਣਿਆ ਹੈ, ਸਭ ਦੇ ਨਾਲ ਪ੍ਰੇਮ ਕੀਤਾ ਹੈ। ਸੋ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਾਨੂੰ ਇੱਥੇ ਸਮਝਾਉਂਦੇ ਨੇ, ਭਲਿਆ ਜੀਵਨ ਸਫਲਾ ਉਸ ਦਾ ਜਿਨਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਸੀ ਰੱਬ ਨੂੰ ਪਾਉਣ ਦੀ। ਜਿਨਨੇ ਰੱਬ ਨੂੰ ਪਾ ਲਿਆ ਉਹੀ ਮੁਕਤ ਹੈ। ਬਾਕੀ ਗਰਭ ਨਾ ਕਰ, ਇੱਥੇ ਕੋਈ ਰਹਿਣ ਵਾਲਾ ਨਹੀਂ ਹੈ। ਆਪਾਂ ਸਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਹਾਂ। 21 ਅਪ੍ਰੈਲ ਨੂੰ ਸੀ, ਤੋ ਕੱਲ ਆਪਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਹਾਂ, ਜੋ 23 ਅਪ੍ਰੈਲ ਨੂੰ ਸੀ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਇਹ ਜਿਹੜੇ ਹੁਕਮਰਾਨ ਜ਼ੁਲਮ ਕਰਦੇ ਨੇ ਗੁਰਾਂ ਤੇ, ਜਿਵੇਂ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕਰ ਦਿੱਤਾ, ਤਾਂ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ ਵਿੱਚ ਸਮਝਾਉਂਦੇ ਨੇ, ਔਰੰਗਜ਼ੇਬ ਗਰਭ ਕਿਸ ਗੱਲ ਦਾ ਹੈ, ਹੰਕਾਰ ਕਿਸ ਦੇਹੀ ਦਾ ਕਰਦਾ ਹੈ, ਤੂੰ ਕੀ ਸੋਚਦਾ ਹੈ? ਮੇਰੇ ਪਿਤਾ ਸ਼ਹੀਦ ਕਰ ਦਿੱਤੇ, ਮੇਰੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਇਹ ਦੁੱਖਾਂ ਲੱਦੀ ਘੜੀ ਮੇਰੇ ਪਰਿਵਾਰ ਤੇ ਆ ਗਈ। ਕੀ ਤੇਰੇ ਮਹਿਲਾਂ ਵਿੱਚ ਹਾਸੇ ਹੀ ਗੂੰਜਣੇ ਨੇ? ਤੇਰੇ ਤੇ ਸਮਾਂ ਨਹੀਂ ਆਵੇਗਾ। ਖਿਣ ਪਲ ਵਿੱਚ ਤੇਰੀ ਦੇਹ ਦਾ ਨਾਸ਼ ਹੋ ਜਾਵੇਗਾ। ਤੂੰ ਗਾਫਲ ਮਸ਼ੋ ਜੀ ਸੀ ਪੰਜੀ ਸਾਰਾਏ, ਕਿ ਆਲਮ ਬਾ ਗੁਜ਼ਰਦ ਸਾਰੇ ਜਾ ਬਜਾਏ। ਇਸ ਸੰਸਾਰ ਨੂੰ ਸਦੀਵੀ ਨਾ ਸਮਝ, ਤੂੰ ਗਾਫਲ ਨਾ ਹੋ। ਇਹ ਸੰਸਾਰ ਸਰਾਂ ਵਰਗਾ ਹੈ, ਇਹ ਤੇਰੇ ਮਹਿਲ ਨਹੀਂ, ਇਹ ਸਰਾਂ ਹੈ। ਕਿਤੇ ਇਹਨਾਂ ਮਹਿਲਾਂ ਵਿੱਚ ਤੇਰਾ ਪਿਤਾ ਸ਼ਾਹਜਹਾਨ ਬਹਿੰਦਾ ਸੀ, ਅੱਜ ਨਜ਼ਰ ਹੀ ਨਹੀਂ ਆਉਂਦਾ। ਕਦੇ ਇਹਨਾਂ ਮਹਿਲਾਂ ਦੇ ਵਿੱਚ ਤੇਰਾ ਦਾਦਾ ਜਹਾਂਗੀਰ ਟਿਕਦਾ ਸੀ, ਅੱਜ ਨਜ਼ਰ ਹੀ ਨਹੀਂ ਆਉਂਦਾ। ਅੱਜ ਤੂੰ ਇੱਥੇ ਟਿਕਿਆ ਹੋਇਆ ਹੈ, ਇਹਨੂੰ ਮਲਕੀਅਤ ਨਾ ਸਮਝ। ਇਹ ਜਿਹੜਾ ਸਮੇਂ ਦਾ ਚੱਕਰ ਹੈ, ਹਰ ਇੱਕ ਦੇ ਸਿਰ ਉੱਤੇ ਅਟੱਲ ਹੈ, ਚੱਲੇਗਾ। ਇਹ ਸੰਸਾਰ ਸਰਾਂ ਵਰਗਾ ਹੈ। ਤੋ ਜਿਹੜੀ ਸਰਾਂ ਹੁੰਦੀ ਹੈ ਨਾ, ਤੇ ਸਰਾਂ ਵਿਚਲਾ ਸਾਜੋ ਸਮਾਨ ਰਾਹੀਆਂ ਦਾ ਨਹੀਂ ਹੁੰਦਾ, ਜਿਹੜੇ ਰਾਤ ਕੱਟਦੇ ਨੇ। ਤੋ ਅਸੀਂ ਐਵੇਂ ਸੰਸਾਰ ਤੇ ਜੋ ਕੁਝ ਹੈ ਆਪਣਾ ਸਮਝ ਕੇ ਬੈਠ ਗਏ। ਤੇ ਮਹਾਰਾਜ ਕਹਿੰਦੇ ਨੇ, ਚੰਗੇ ਕੰਮ ਕਰ,
नेक कर्म कर, शरीर नहीं रहना, नाम ही रह जावे। गए गुरु अर्जन साहब ही शरीर करके दुनिया तो, पर लोक पूजा करते ने। नेक नामी अकाल पुरख दा सरगुण स्वरूप। गया जहांगीर भी है गुरां दा कातल, शराब कबाब वेसवावां विच जीवन गर्क होया सी उस बंदे दा, तां ही खुसरो ने बगावत कीती सी अपने पिता दे उल्टा। और नूर जहां राज भाग सांभदी सी, एडा अयाश बंदा सी, होश ही कोई नहीं। लानतां पैंदियां ने अज। गुरु तेग बहादुर साहब की जय जयकार है। औरंगजेब की मड़ी ते जे दीवा बलदा है तो भी कोई सिख चलिया जावे पापी की कबर वेखण दे, भावें 2 रुपये दे आवे तेल दे, नहीं तो दीवा जगाउण वाला कोई नहीं उत्ते। ते गुरु तेग बहादुर साहब दे दिहाड़े खंडा ब्रह्मंडा ताईं गूंज रहे ने। प्रकाश भी ते शहीदी भी लोग मनाउंदे ने। नेक नामी दा नाम रह जाता है। शरीर ना गुरु दा रहा, ना पीर दा रहा, ना संत दा रहा, ना साकत दा रहा। सो महाराज कहंदे जीवन सफला कर, रब दे गीत गा, गरीब गुरबे ते दया कर, कदे जावें ते गलियां दे कख रोण भी क्यों चलिया गया है। वो दानी बन, संत बन, महात्मा बन, दातार बन, सूरमा बन, चंगे कर्म कर, कोई याद रवे तेरी दुनिया ते। किन्ने दिल्ली विच लोग आउंदे जांदे ने, कोई याद मनाउंदा है। बाबा बंदा सिंह बहादुर दी याद है, धर्म दी झोली कुछ पाया है, दीना दी मदद कीती है। बाबा गुरु तेग बहादुर साहब खुद खुदा उन्हां दी याद है। सो औरंगजेब नूं महाराज कहंदे मजन तेग बरखून कसबे दरेग, तूरा नीज खूं अस्त बा चरख तेग। औरंगजेब तू क्यों तलवार चलाउना है, जुल्म करदा है, लोकां दा लहू वहाउना है। एक दिन परमात्मा दे हुक्म दी तलवार चलेगी, तेरा लहू भी डुलना है। वो तलवार दिखदी ते नहीं, हुक्म दिखदा थोड़ी है, पर खुरा खोज मिटा के रख दिंदा है। सो इत्थे गर्भ करन दी लोड़ नहीं, छिन विच दुनिया गर्क हो जाती है। मौत सब ते आउंदी है, रब्बी हुक्म ही अटल है। औरंगजेब नूं नसीहत दिंदे पातशाह, जिस तख्त ते बैठा है न्याय कर, जुल्म ना करया कर। मैं अजकल वेखदा है भी असीं धर्मां दीयां कंधां विच इतने जकड़े गए, दूसरे धर्म नाल नफरत पैदा हो गई। 700-750 साल भारत वर्ष ते मुगलों ने जुल्म किया है। सिख किसी धर्म के खिलाफ नहीं। अजकल कई नवें बने बुलारे 1984 नूं याद करन दी नसीहत दिंदे ने, तो 750 साल पुराना जिहड़ा इतिहास है, जो रोज़ ही 84 की तरह साडे नाल मुगलिया सल्तनत के समय वापरिया, उन्होंने भुलण की बात पा दिंदे ने। ये ठीक है, जिस दिन गुरु नानक साहब ने नवा धर्म चलाया ना, गुरु अर्जन साहब दे बोल ने, ना हम हिंदू ना मुसलमान, अल्लाह राम के पिंड प्राण, गुर सतगुर का जो सिख अखाए सो भलके उठर नाम ते आवे। असीं हिंदू नहीं, असीं मुसलमान नहीं, साडा धर्म वखरा है। गुरु गोबिंद सिंह बचित्र नाटक विच लिखदे ने, 3 बेदियन की कुल बिखे प्रगटे नानक राए, 3 एह कलमो धर्म चलायो, सब साधन को राह बतायो। साडे ककार वखरे ने, हिंदू वीरां दा चिन्ह जंजू है, इस्लाम दे अपने चिन्ह ने, ईसाइयां दा अपना क्रॉस है। साडे चिन्ह की ने? कछ कड़ा किरपान कंघा केस, कोई दो है ही नहीं है। साडा धर्म वखरा है। पर असीं किसी धर्म नाल नफरत भी नहीं करते। कोई बोला राम राम, कोई खुदाए, कोई सेवे गुसैयां, कोई इलाहे। पर एक फिरके नूं जुल्म तो निजात देनी ते दूजे फिरके नूं पकड़ लेना। जिस दिन गुरु नानक साहब ने नवा धर्म चलाया ना, उदण 2 धिर सी जिन्हां नूं मुश्किल खड़ी हुई। एक ब्राह्मण नूं मुश्किल खड़ी हो गई भी गुरु नानक साहब ने जंजू नहीं पाया,
ਅਸੀਂ ਇਸਲਾਮ ਨੂੰ ਭਾਰਤ ਚੋਂ ਕੱਢਣਾ ਸੀ, ਮੁਗਲਿਆ ਸਲਤਨਤ ਦਾ ਰਾਜ ਹੈ, ਜ਼ੁਲਮ ਕਰਦੇ ਨੇ, ਇਹ ਤੀਸਰਾ ਧਰਮ ਖੜਾ ਹੋ ਗਿਆ। ਸੋ ਬ੍ਰਾਹਮਣ ਪਿੱਛੇ ਪੈ ਗਿਆ ਸਿੱਖਾਂ ਦੇ। ਦੂਸਰੀ ਤਰਫ ਮੁਗਲਿਆ ਸਲਤਨਤ ਹਿੰਦੂਆਂ ਨੂੰ ਮਿਟਾਉਣਾ ਚਾਹੁੰਦੀ ਸੀ। ਉਹ ਕਹਿੰਦੇ ਜੀ ਇਹ ਤੇ ਤੀਜਾ ਧਰਮ ਸਿੱਖ ਪੈਦਾ ਹੋ ਗਏ, ਉਹ ਵੀ ਸਾਨੂੰ ਮਿਟਾਉਣਾ ਚਾਹੁੰਦੇ ਨੇ। ਜਿਵੇਂ ਨਵੇਂ ਬਲਦੇ ਦੀਵੇ ਨੂੰ ਚਾਰੋਂ ਦਿਸ਼ਾ ਤੋਂ ਖਤਰਾ ਹੁੰਦਾ ਹੈ, ਸਾਨੂੰ ਖਤਰਾ ਪੈਦਾ ਹੋ ਗਿਆ। ਤੇ ਇਹ ਕਹਿ ਦੇਣਾ ਵੀ ਦੀਵੇ ਨੂੰ ਇੱਕ ਤਰਫੋਂ ਹੀ ਹਵਾ ਬੁਝਾਉਂਦੀ ਹੈ, ਦੂਜੇ ਤਰਫੋਂ ਨਹੀਂ। ਅਖੇ ਜੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕਾਰਨ ਚੰਦੂ ਸੀ, ਹਿੰਦੂ। ਅਖੇ ਜਹਾਂਗੀਰ ਦੇ ਉਹਨੇ ਕੰਨ ਭਰੇ ਤੇ ਫਿਰ ਸ਼ਹੀਦੀ ਦਾ ਹੁਕਮ ਹੋਇਆ। ਚੰਦੂ ਨੂੰ ਬੇਗੁਨਾਹ ਸਾਬਤ ਨਹੀਂ ਕੀਤਾ ਜਾ ਸਕਦਾ, ਪਰ ਜਹਾਂਗੀਰ ਨੂੰ ਬੇਗੁਨਾਹ ਸਾਬਤ ਕਰਨਾ, ਇਹ ਵੀ ਧਰਮ ਦੇ ਨਾਲ ਧੋਖਾ ਕਰ ਰਹੇ ਹੋ ਤੁਸੀਂ। ਕਦੇ ਜਹਾਂਗੀਰ ਦੀ ਆਪਣੀ ਆਟੋਬਾਇਓਗ੍ਰਾਫੀ ਪੜ੍ਹਿਓ, ਤੁਜ਼ਕੇ ਜਹਾਂਗੀਰੀ, ਫਾਰਸੀ ਦੀ ਪੁਸਤਕ ਹੈ, ਜੇ ਕਿਸੇ ਨੂੰ ਆਉਂਦੀ ਹੈ ਤੇ ਪੜ੍ਹ ਲਿਓ। ਉਹ ਲਿਖਦਾ ਹੈ, ਗੋਇੰਦਵਾਲ ਵਿੱਚ ਜੋ ਦਰਿਆਏ ਬਿਆਸ ਦੇ ਕੰਢੇ ਤੇ ਗੁਰੂ ਅਰਜਨ ਨਾਮੀ ਹਿੰਦੂ ਪੀਰ ਸ਼ੇਖੀ ਦੇ ਭੇਸ ਵਿੱਚ ਰਹਿੰਦਾ ਸੀ, ਚੁਨਾਚੇ ਸਿੱਧੇ ਸਾਦੇ ਹਿੰਦੂ ਮੁਸਲਮਾਨ ਉਹਦੇ ਚੰਗੁਲ ਵਿੱਚ ਫਸ ਗਏ, ਸਿੱਖ ਬਣ ਗਏ। ਇਹ ਝੂਠ ਦੀ ਦੁਕਾਨ ਉਹਦੀ ਕੁਝ ਪੀੜ੍ਹੀਆਂ ਤੋਂ ਚੱਲ ਰਹੀ ਸੀ। ਮੈਂ ਚਾਹੁੰਦਾ ਸੀ ਝੂਠ ਦੀ ਦੁਕਾਨ ਬੰਦ ਕਰ ਦੇਵਾਂ, ਇਹ ਸੋਚ ਸੀ ਜਹਾਂਗੀਰ ਦੀ ਸਾਡੇ ਸਿੱਖਾਂ ਬਾਰੇ। ਔਰ ਉਹਨੇ ਬਾਗੀ ਖੁਸਰੋ ਦੀ ਮਦਦ ਕਰਨ ਦੀ ਤੋਹਮਤ ਲਾ ਕੇ ਗੁਰੂ ਅਰਜਨ ਸਾਹਿਬ ਲਈ ਕਤਲ ਦਾ ਹੁਕਮ ਆਪ ਕੀਤਾ ਹੈ। ਔਰ ਉਹਦੇ ਕੰਨ ਭਰਨ ਵਾਲਿਆਂ ਦੀ ਗੱਲ ਦੱਸਾਂ, ਇੱਕ ਨਕਸ਼ਬੰਦੀ ਮਤ ਹੋਇਆ ਹੈ, ਇਹ B ਕਲਾਸ ਸੀ ਇਸਲਾਮ ਦੀ, ਇਹਨਾਂ ਕੰਨ ਭਰੇ। ਦੂਸਰਾ ਸਖੀ ਸਰਵਰ ਮਤ, ਕਬਰਾਂ ਵਾਲੇ। ਗੁਰੂ ਅਰਜਨ ਸਾਹਿਬ ਦੇ ਸਮੇਂ ਸਿੱਖੀ ਪ੍ਰਫੁੱਲਤ ਹੋ ਰਹੀ ਸੀ, ਕਬਰਾਂ ਘਟ ਰਹੀਆਂ ਸਨ, ਇਹਨਾਂ ਵੀ ਕੰਨ ਭਰੇ ਜਹਾਂਗੀਰ ਦੇ। ਚੰਦੂ ਦੀ ਕੁੜੀ ਦਾ ਸਾਕ ਮੋੜਿਆ, ਚੰਦੂ ਨੇ ਵੀ ਕੰਨ ਭਰੇ ਜਹਾਂਗੀਰ ਦੇ। ਔਰ ਜਿਹੜੇ ਕਾਨਾ ਪੀਲੂ ਛੱਜੂ ਹਸਨ ਭਗਤ ਬਣ ਕੇ ਆਏ ਸੀ ਅੰਮ੍ਰਿਤਸਰ, ਜਿਨ੍ਹਾਂ ਦੇ ਬੋਲ ਬਾਣੀ 'ਚ ਦਰਜ ਨਹੀਂ ਹੋਏ, ਉਹਨਾਂ ਵੀ ਈਰਖਾਵਸ ਜਹਾਂਗੀਰ ਦੇ ਕੰਨ ਭਰੇ। ਜਦੋਂ ਇੰਗਲਿਸ਼ ਵਿੱਚ ਵੀ ਤੁਸੀਂ ਤੁਸਕੇ ਜਹਾਂਗੀਰੀ ਪੜ੍ਹਦੇ ਹੋ ਤੇ ਉੱਥੇ ਸਾਫ਼ ਲਿਖਦਾ ਹੈ, ਜਹਾਂਗੀਰ ਕਹਿੰਦਾ ਹੀ ਬਿਹੇਵ ਟੂ ਖੁਸਰੋ ਇਨ ਸਰਟੇਨ ਸਪੈਸ਼ਲ ਵੇਜ਼। ਕਹਿੰਦਾ ਗੁਰੂ ਅਰਜਨ ਨੇ ਬੜੀ ਆਓ ਭਗਤ ਕੀਤੀ ਹੈ ਖੁਸਰੋ ਦੀ, ਤਿਲਕ ਵੀ ਲਾਇਆ ਹੈ ਉਸ ਨੂੰ ਵੀ ਤੈਨੂੰ ਤਖਤ ਮਿਲੇਗਾ, ਮੈਂ ਵਰ ਦਿੰਨਾ। ਇਹ ਝੂਠੀਆਂ ਤੋਹਮਤਾਂ ਲਾਈਆਂ ਗੁਰਾਂ ਤੇ। ਕਹਿੰਦਾ ਜਦੋਂ ਮੈਨੂੰ ਪਤਾ ਲੱਗਿਆ, ਮੈਂ ਮੁਰਤਜ਼ਾ ਖਾਨ ਨੂੰ ਹੁਕਮ ਕੀਤਾ ਇਹਦੀ ਜਾਇਦਾਦ ਜ਼ਬਤ ਕਰੋ, ਇਹਦਾ ਪਰਿਵਾਰ ਕੈਦ ਵਿੱਚ ਰੱਖੋ ਤੇ ਇਹਦਾ ਕਤਲ ਕਰ ਦਿਓ ਅਰਜਨ ਦਾ। ਆਹ ਲਫ਼ਜ਼ ਵਰਤਦਾ ਹੈ ਉਹ। ਚੰਦੂ ਸ਼ਾਮਲ ਹੈ, ਪਰ ਸਾਰਾ ਦੋਸ਼ ਚੰਦੂ ਤੇ ਨਾ ਦਿਓ, ਬ੍ਰਾਹਮਣ ਤੇ ਨਾ ਦਿਓ। ਇੱਥੇ ਮੁਗਲ ਵੀ ਬਰਾਬਰ ਦਾ ਹੀ ਭਾਗੀਦਾਰ ਹੈ, ਇਸ ਜ਼ੁਲਮ ਦੇ ਵਿੱਚ ਵੱਧ ਕੇ ਹੈ। ਫਿਰ ਕਹਿੰਦਾ ਮੈਂ ਬਾਗੀ ਐਲਾਨ ਕੇ ਗੁਰੂ ਅਰਜਨ ਨੂੰ ਹੁਕਮ ਦਿੱਤਾ। ਫਾਰਸੀ ਵਿੱਚ ਹੁਕਮ ਕਰਦਾ ਹੈ, ਫਰਮੂਦਮ ਕੇ ਊਰਾ ਬਾ ਸਿਆਸਤੋ ਯਸਾ ਰਸਾਨੰਦ। ਹੁਕਮ ਕਰ ਦਿੱਤਾ ਸਿਆਸਤ ਬਾ ਯਾਸਾ ਦੇ ਕਾਨੂੰਨ ਨਾਲ ਕਤਲ ਕਰ ਦਿਓ ਅਰਜਨ ਦਾ। ਫਿਰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਗੁਰਾਂ ਨੂੰ, ਔਰ ਚੰਦੂ ਨੇ ਫਿਰ ਗੁਰਾਂ ਨੂੰ ਸ਼ਹੀਦ ਕਰਵਾਇਆ ਹੈ। ਮੁੱਖ ਦੋਸ਼ੀ ਜਹਾਂਗੀਰ ਹੈ ਤੇ ਨਾਲ ਚੰਦੂ ਹੋਣੀ ਰਲੇ ਹੋਏ ਨੇ। ਹੁਣ ਦੂਸਰੀ ਤਰਕ, ਅਖੇ ਜੀ ਤੁਸੀਂ ਕਹਿ ਦਿੰਦੇ ਹੋ ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਮੁਗਲਿਆ ਸਲਤਨਤ ਦੇ ਖਿਲਾਫ ਲੜੀਆਂ, ਤੁਸੀਂ 22 ਧਾਰ ਦੇ ਹਿੰਦੂ ਰਾਜਿਆਂ ਨੂੰ ਬਰੀ ਕਰਦੇ ਹੋ। ਕਿਸੇ ਨੇ ਬਰੀ ਨਹੀਂ ਕੀਤਾ। ਜਦੋਂ ਸਮਾਂ ਸੀਮਿਤ ਹੋਵੇ ਵਿਚਾਰ ਕਰਨ ਦਾ ਤੇ ਆਪਾਂ ਆਗੂ ਦਾ ਨਾਮ ਲੈਨੇ ਆ ਵੀ ਮੁਗਲਿਆ ਸਲਤਨਤ ਨਾਲ, ਔਰੰਗਜ਼ੇਬ ਨਾਲ ਗੁਰਾਂ ਨੇ 14 ਜੰਗਾਂ ਲੜੀਆਂ। ਜਿਵੇਂ ਇੰਦਰਾ ਗਾਂਧੀ ਦੇ ਹੁਕਮ ਵਿੱਚ ਭਾਰਤ ਦੀ ਫੌਜ ਨੇ ਅਕਾਲ ਤਖਤ ਢਾ ਦਿੱਤਾ। ਤੋ ਜਦੋਂ ਸਮਾਂ ਪੂਰਾ ਹੋਵੇ ਤੇ ਆਪਾਂ ਖੁੱਲ੍ਹ ਕੇ ਵਿਚਾਰ ਰੱਖਦੇ ਆਂ ਵੀ ਇੰਦਰਾ ਦੇ ਹੁਕਮ ਵਿੱਚ ਕੁਲਦੀਪ ਬਰਾੜ ਵਰਗਿਆਂ ਹਮਲਾ ਕੀਤਾ। ਜਦੋਂ ਸਮਾਂ ਸੀਮਿਤ ਹੋਵੇ ਤੇ ਮੋਟੀ ਗੱਲ ਕਰਾਂਗੇ ਵੀ ਇੰਦਰਾ ਨੇ ਅਕਾਲ ਤਖਤ ਢਵਾਇਆ। ਤੋ ਇੰਦਰਾ ਦਾ ਨਾਮ ਲਿਆ, ਇਹ ਕਿਵੇਂ ਸਮਝ ਲਓਗੇ ਤੁਸੀਂ ਵੀ ਕੁਲਦੀਪ ਬਰਾੜ ਨੂੰ ਆਜ਼ਾਦ ਕਰ ਦਿੱਤਾ? ਔਰੰਗਜ਼ੇਬ ਦਾ ਨਾਮ ਲਿਆ, ਤੁਸੀਂ ਕਿਵੇਂ ਤੁਹਮਤ ਲਾ ਸਕਦੇ ਹੋ ਵੀ 22 ਧਾਰੀਏ ਹਿੰਦੂ ਰਾਜਿਆਂ ਨੂੰ ਆਜ਼ਾਦ ਕਰ ਦਿੱਤਾ ਵੀ ਉਹ ਦੋਸ਼ੀ ਨਹੀਂ ਗੁਰੂ ਤੇ ਹਮਲਾ ਕਰਨ ਦੇ?
ਜਦੋਂ ਜ਼ਫਰਨਾਮਾ ਪੜ੍ਹਦੇ ਹੋ, ਇੱਕ ਸ਼ੇਰ, ਇੱਕ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 22 ਧਾਰ ਦੇ ਹਿੰਦੂ ਰਾਜਿਆਂ ਦੇ ਖਿਲਾਫ ਹੈ। ਬਾਕੀ 100 ਤੋਂ ਉੱਪਰ ਸ਼ੇਰ ਔਰੰਗਜ਼ੇਬ ਦੀ ਜ਼ੁਲਮੋ ਸਿਤਮ ਢਾਉਣ ਵਾਲੀ ਦੁਨੀਆ ਦੇ ਖਿਲਾਫ ਨੇ। ਸਾਫ਼ ਪਾਤਸ਼ਾਹ ਲਿਖਦੇ ਨੇ, ਕਸਮ ਮੁਸਫੇ ਖੁਫੀਆ ਗਰਈ ਖੁਰਮ ਨਾ ਫੌਜ਼ੇ ਆਜ਼ੀ ਜ਼ੇਰ ਸੁਮ ਅਫਕੁਨਮ। ਜਿਹੜੇ ਕਹਿੰਦੇ ਨਾ 22 ਧਾਰੀਆਂ ਨੇ 13 ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਨਾਲ, ਇੱਕ ਲੜਾਈ ਅਖੇ ਔਰੰਗਜ਼ੇਬ ਦੇ ਕੰਨ ਭਰੇ ਤੇ ਉਹਨੇ ਲੜੀ ਹੈ। ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ 22 ਧਾਰੀਆਂ ਨੇ ਸ਼ਹੀਦ ਕਰਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ? ਨਹੀਂ, 22 ਧਾਰੀਏ ਦੋਸ਼ੀ ਨੇ, ਕੋਈ ਦੋ ਰਾਏ ਨਹੀਂ, ਪਰ ਔਰੰਗਜ਼ੇਬ ਨੂੰ ਰਿਹਾ ਨਾ ਕਰੋ। 14 ਜੰਗਾਂ ਹੀ ਮੁਗਲਿਆ ਸਲਤਨਤ ਦੇ ਹੁਕਮ ਵਿੱਚ ਹੋਈਆਂ। ਕਠਪੁਤਲੀਆਂ ਨੇ ਨੱਚ ਰਹੇ ਨੇ ਗੁਲਾਮ ਰਾਜੇ ਜੋ ਹਿੰਦੂ ਸਨ, ਰਾਜਪੂਤ ਸਨ, ਔਰੰਗਜ਼ੇਬ ਦੇ ਹੁਕਮ ਵਿੱਚ। ਇੱਥੇ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ 'ਚ ਕਹਿੰਦੇ, ਔਰੰਗਜ਼ੇਬ ਆਨੰਦਪੁਰ ਤੇਰੀ ਝੂਠੀ ਕੁਰਾਨ ਦੀ ਕਸਮ ਕਰਕੇ ਮੈਂ ਛੱਡਿਆ ਤੇ ਦੇਖ ਮੇਰੀ ਫੌਜ ਲੰਗੜੀ ਹੋ ਗਈ। ਮੈਂ ਯਕੀਨ ਨਾ ਕਰਦਾ ਤੇ ਨੁਕਸਾਨ ਨਾ ਹੁੰਦਾ। ਉਹਨਾਂ ਵੱਡਾ ਦੋਸ਼ੀ ਜੰਗਾਂ ਦਾ ਔਰੰਗਜ਼ੇਬ ਨੂੰ ਆਖਿਆ ਹੈ। ਤੁਸੀਂ ਕਿਵੇਂ ਬਾਣੀ ਝੁਠਲਾ ਦੋਗੇ? ਨਾਦਾਨਮ ਕੇ ਈ ਮਰਦ ਰੋਹ ਬਾਹਾ ਪੇਚ ਵਗਰ ਹਰਗਿਜ਼ੀ ਰਹਿਨ ਆਰਦ ਬਹੇਚ। ਉਹ ਕਹਿੰਦੇ ਤੂੰ ਲੂੰਬੜ ਹੈ, ਤੂੰ ਧਰਮੀ ਨਹੀਂ ਔਰੰਗਜ਼ੇਬ, ਤੇਰੇ ਢਿੱਡ ਵਿੱਚ ਕੁਝ ਹੋਰ, ਜ਼ੁਬਾਨ ਤੇ ਕੁਝ ਹੋਰ ਹੈ। ਮੈਂ ਕਦੇ ਵੀ ਲੜਾਈ ਦੇ ਰਸਤੇ ਤੇ ਨਾ ਚੱਲਦਾ ਜੇ ਤੂੰ ਮੈਨੂੰ ਧੋਖਾ ਨਾ ਦਿੰਦਾ। ਅਗਲਾ ਸ਼ੇਰ ਫਿਰ ਕਹਿੰਦੇ ਨੇ ਕਿ ਅਜ਼ਬਸਤ ਇਨਸਾਫੋਂ ਈ ਪਰਵਰੀ ਕਿ ਹੈ ਫਸਤ ਸਦ ਹੈਫ ਈ ਸਰਵਰੀ। ਉਹ ਤੂੰ ਰਾਜਾ ਹੈ ਦੇਸ਼ ਦਾ, ਅਜੀਬ ਜੀ ਤੇਰੀ ਧਰਮ ਦੀ ਪਾਲਣਾ ਹੈ। 100 ਵਾਰ ਅਫਸੋਸ ਹੈ ਤੇਰੇ ਰਾਜ ਤੇ, ਤੇਰੀ ਸਰਦਾਰੀ ਤੇ। ਤੂੰ ਜ਼ੁਲਮ ਕਰਦਾ ਹੈ ਫਕੀਰਾਂ ਤੇ। ਤੇਰੇ ਹੁਕਮ ਵਿੱਚ 22 ਧਾਰ ਦੇ ਰਾਜੇ ਜ਼ੁਲਮ ਕਰਦੇ ਨੇ ਸਾਡੇ ਤੇ। ਔਰ ਅੱਗੇ ਆਪਾਂ ਸਾਰਿਆਂ ਨੂੰ ਪਤਾ, ਵਜ਼ੀਰ ਖਾਨ ਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ। ਪਰ ਮਹਾਰਾਜ ਇੱਥੇ ਵੀ ਕਹਿੰਦੇ ਨੇ, ਜੇ 22 ਧਾਰ ਦੇ ਰਾਜੇ ਔਰੰਗਜ਼ੇਬ ਤੇਰੇ ਹੁਕਮ ਵਿੱਚ ਲੜੇ ਤੇ ਤੇਰੇ ਹੁਕਮ ਦੇ ਵਿੱਚ ਹੀ ਵਜ਼ੀਰ ਖਾਨ ਨੇ ਮੇਰੇ ਸਾਹਿਬਜ਼ਾਦੇ ਸ਼ਹੀਦ ਕੀਤੇ। ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ ਕਿ ਬਾਕੀ ਬਹਿਮਾਦਸਤ ਪੇਚੀ ਦੇ ਮਾਰ। ਕੀ ਹੋਇਆ ਤੂੰ ਮੇਰੇ 4 ਬੱਚੇ ਸ਼ਹੀਦ ਕਰ ਦਿੱਤੇ। ਮੇਰਾ ਕੁੰਡਲੀਆ ਸੱਪ ਖਾਲਸਾ ਜਿਉਂਦਾ ਏ, ਗੁਰੂ ਗੋਬਿੰਦ ਸਿੰਘ ਜਿਉਂਦਾ ਏ, ਦਿੱਲੀ ਦੇ ਤਖਤ ਨੂੰ ਚਕਨਾਚੂਰ ਕਰੇਗਾ। ਫਿਰ ਅੱਗੇ ਮਹਾਰਾਜ ਕਹਿੰਦੇ ਨੇ, ਸ਼ਹਿਨਸ਼ਾਹੇ ਔਰੰਗਜ਼ੇਬ ਆਲਮੀਨ ਕੇਦਾਰ ਆਏ ਦੌਰਸਤ ਦੂਰਸਤ ਦੀਨ। ਤੂੰ ਦੀਨ ਤੋਂ ਧਰਮ ਤੋਂ ਦੂਰ ਹੈ, ਪਾਪ ਕਮਾਉਣਾ ਹੈ ਔਰੰਗਜ਼ੇਬ, ਨੇਕ ਨਾਮੀ ਨਹੀਂ ਹੈ। ਤੇਰਾ ਨਾਮ ਵੀ ਦੁਨੀਆ ਤੇ ਕੋਈ ਨਹੀਂ ਲਵੇਗਾ, ਭਾਵ ਲਾਹਨਤਾਂ ਪਾਵੇਗਾ। 22 ਧਾਰੀਏ ਰਾਜਿਆਂ ਬਾਰੇ ਫਿਰ ਇੱਕ ਸ਼ੇਰ ਲਿਖਿਆ ਹੈ, ਮਨਮ ਕੁਸ਼ਤਹਮ ਕੋਹੀਆ ਬੁੱਤ ਪਰਸਤ ਕਿ ਆ ਬੁੱਤ ਪ੍ਰਸਤੰਦੋ ਮਨ ਬੁੱਤ ਸ਼ਿਕਸਤ। ਕਹਿੰਦੇ ਐ ਔਰੰਗਜ਼ੇਬ, ਇਹ 22 ਧਾਰੀਏ ਜਿਹੜੇ ਰਾਜੇ ਨੇ ਨਾ ਮੇਰੇ ਵਿਰੋਧ ਵਿੱਚ ਪਤਾ ਕਿਉਂ ਨੇ? ਮੈਂ ਸਿਧਾਂਤ ਇਹ ਧਾਰਿਆ, ਜਿਵੇਂ ਬਾਣੀ ਚਾਹੁੰਦਾ ਨਾ, ਏਕੈ ਪਾਥਰ ਕੀਜੈ ਭਾਓ ਦੂਜੈ ਪਾਥਰ ਧਰਿਐ ਪਾਓ। ਜੇ ਉਹ ਦਿਓ ਤਾਂ ਉਹ ਭੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਨਾਮਦੇਵ ਜੀ ਕਹਿੰਦੇ ਮੈਂ ਪੱਥਰ ਤੋਂ ਪੂਜਾ ਸ਼ੁਰੂ ਕੀਤੀ। ਮੰਦਰ 'ਚ ਤਾਂ ਹੀ ਗਏ ਨਾ, ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦਿਹਰਾ ਫਿਰੇ। ਮੰਦਰ 'ਚ ਮੂਰਤਾਂ ਹੀ ਹੁੰਦੀਆਂ, ਧੱਕੇ ਮਾਰੇ ਬ੍ਰਾਹਮਣਾ ਤੇਰੀ ਜਾਤ ਨੀਵੀਂ ਹੈ, ਤੂੰ ਮੰਦਰ 'ਚੋਂ ਬਾਹਰ ਕੱਢ ਦਿੱਤਾ। ਕਹਿੰਦੇ ਮੈਂ ਚੱਲਿਆ ਸੀ ਮੂਰਤਾਂ ਤੋਂ ਨਿਰਗੁਣ ਤੱਕ ਪਹੁੰਚ ਗਿਆ। ਹੁਣ ਮੈਨੂੰ ਸਮਝ ਆਈ ਵੀ ਜੇ ਇੱਕ ਪੱਥਰ ਦੀ ਪੂਜਾ ਕਰਨੀ ਹੈ, ਦੂਜੇ ਪੱਥਰ ਤੇ ਕਿਉਂ ਚੱਲ ਰਹੇ ਹੋ? ਜ਼ਮੀਨ ਵੀ ਪੱਥਰ ਹੈ। ਕਹਿੰਦਾ ਪੱਥਰ ਜੜ ਹੈ। ਮੈਂ ਕਿਸੇ ਦੇਵੀ ਦੇਵਤੇ ਦਾ ਖੰਡਨ ਨਹੀਂ ਕਰਦਾ, ਪਰ ਅਕਾਲ ਪੁਰਖ ਨੂੰ ਧਿਆਓ, ਮੈਂ ਉਹਦੇ ਨਾਲ ਜੁੜਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਔਰੰਗਜ਼ੇਬ, ਰਾਜਪੂਤ ਰਾਜੇ ਬੁੱਤਾਂ ਨੂੰ ਪੂਜਣ ਵਾਲੇ ਨੇ ਤੇ ਮੈਂ ਇਸ ਬੁੱਤ ਪੂਜਕ ਵਿਚਾਰ ਧਾੜਾ ਨੂੰ ਤੋੜਦਾ ਹਾਂ। ਬੁੱਤ ਜੜ ਹੈ, ਪੂਜਾ ਕਰਨੀ ਤੇ ਅਕਾਲ ਪੁਰਖ ਦੀ ਕਰੋ। ਬਾਕੀ ਸਾਰੇ ਜ਼ੁਲਮ ਦਾ ਠੀਕਰਾ ਔਰੰਗਜ਼ੇਬ ਤੇ ਪਾਤਸ਼ਾਹ ਨੇ ਭੰਨਿਆ ਹੈ। ਤੋ ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਹੜੇ ਕਹਿੰਦੇ ਨਾ 14 ਜੰਗਾਂ ਨਹੀਂ ਹੋਈਆਂ, ਕਦੇ ਇਤਿਹਾਸ ਪੜ੍ਹਿਓ। ਪਹਿਲਾ ਭੰਗਾਣੀ ਦਾ ਯੁੱਧ ਹੁੰਦਾ ਹੈ, ਜਿੱਥੇ 22 ਧਾਰ ਦੇ ਰਾਜੇ ਜੰਗ ਪਾਤਸ਼ਾਹ ਨਾਲ ਲੜਦੇ ਨੇ, ਪਰ ਅਲਿਫ ਖਾਂ ਤੇ ਮੀਆਂ ਖਾਂ ਮੁਗਲਿਆ ਸਲਤਨਤ ਵੱਲੋਂ ਜੰਗ ਲੜਨ ਆਏ ਨੇ। 22 ਧਾਰ ਦੇ ਰਾਜੇ
ਉਹਨਾਂ ਗੁਲਾਮ ਪੰਛੀਆਂ ਵਰਗੇ ਸਨ ਜਿਹੜੇ ਪਿੰਜਰੇ 'ਚ ਲੰਮੇ ਸਮੇਂ ਤੋਂ ਰਹੇ। ਜਿਹੜਾ 5-6 ਦਿਨ ਪਿੰਜਰੇ 'ਚ ਪੰਛੀ ਰਵੇ, ਕੁੰਡੀ ਖੋਲੋ ਉਹ ਉੱਡ ਜਾਵੇਗਾ। ਜਿਹੜਾ 6 ਮਹੀਨੇ ਪੰਛੀ ਪਿੰਜਰੇ 'ਚ ਰਵੇ, ਕੁੰਡੀ ਖੋਲੋਗੇ ਤੁਹਾਨੂੰ ਹੀ ਚੁੰਝਾ ਮਾਰੇਗਾ, ਉਹਨੂੰ ਗੁਲਾਮੀ ਨਾਲ ਪਿਆਰ ਹੈ। ਇਹ ਰਜਵਾੜੇ ਗੁਲਾਮੀ ਦੀ ਰੋਟੀ ਖਾਂਦੇ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ ਤਲਵਾਰ ਉਠਾਈ, ਜਿਵੇਂ ਗਿਆਨ ਖੜਗ ਬਾਬਰ ਦੇ ਖਿਲਾਫ ਗੁਰੂ ਨਾਨਕ ਨੇ ਉਠਾਈ ਸੀ, ਗਿਆਨ ਦੀ ਲੜਾਈ। ਹੁਣ ਲੋਹ ਖੜਗ ਉਠਾਈ, ਕਿਉਂਕਿ ਪ੍ਰੇਮ ਦੀ ਭਾਸ਼ਾ ਔਰੰਗਜ਼ੇਬ ਨਹੀਂ ਸਮਝਦਾ। ਜਦੋਂ ਬਗਾਵਤ ਸ਼ੁਰੂ ਹੀ ਹੋਈ ਅਨੰਦਪੁਰ ਚੋਂ, ਔਰੰਗਜ਼ੇਬ ਦਾ ਐਲਾਨ ਸੀ, ਐ 22 ਧਾਰ ਦੇ ਰਾਜਿਓ, ਤੁਹਾਡੇ ਇਲਾਕੇ ਚੋਂ ਬਗਾਵਤ ਸ਼ੁਰੂ ਹੋਈ ਹੈ। ਗੋਬਿੰਦ ਰਾਏ ਤੁਹਾਡਾ ਤਖਤ ਵੀ ਮੱਲੇਗਾ, ਦਿੱਲੀ ਵੱਲ ਨੂੰ ਵੀ ਆਵੇਗਾ, ਇਕੱਠੇ ਹੋ ਕੇ ਲੜੀਏ। ਇਹ ਨਾ ਹੋਵੇ ਤੁਸੀਂ ਗੋਬਿੰਦ ਦੇ ਪੱਖ ਵਿੱਚ ਖਲੋ ਜਾਓ ਤੇ ਮੈਂ ਤੁਹਾਡੀ ਗੁਲਾਮੀ ਦੀ ਰੋਟੀ ਵੀ ਖੋਹ ਲਵਾਂ, ਤੁਹਾਨੂੰ ਮਾਰ ਦੇਵਾਂ। ਦੂਸਰਾ, ਆਪਣੇ ਤਖਤ ਦਾ ਵੀ ਰਾਜਿਆਂ ਨੂੰ ਡਰ ਹੈ, ਇਸ ਕਰਕੇ ਔਰੰਗਜ਼ੇਬ ਦੇ ਨਾਲ ਖਲੋਂਦੇ ਨੇ। ਜਿਹੜੇ ਕਹਿੰਦੇ ਸਿੱਧਾ ਜੰਗ ਲੜਿਆ, ਸਿੱਧਾ ਜੰਗ ਨਹੀਂ ਹੋਇਆ। ਦੂਸਰੀ ਜੰਗ ਲੜੀ ਗਈ ਹੈ ਨਿਧਾਉਣ ਦੀ। ਨਿਧਾਉਣ ਦੇ ਜੰਗ ਦੇ ਵਿੱਚ ਮੁਗਲਾਂ ਵੱਲੋਂ ਬੜੇ ਬੜੇ ਸੂਰੇ ਨਿਤਰੇ ਨੇ। ਉਧਰ 22 ਧਾਰ ਦੇ ਰਾਜੇ ਵੀ ਨਿਤਰੇ ਨੇ। ਅਲਫ ਖਾਂ ਵਰਗੇ ਮੁਗਲਾਂ ਵੱਲੋਂ ਆਏ ਨੇ, ਕਿਰਪਾਲ ਚੰਦ ਵਰਗੇ ਹਿੰਦੂਆਂ ਵੱਲੋਂ ਰਾਜੇ ਆਏ ਨੇ। ਇਸੇ ਤਰ੍ਹਾਂ ਹੀ ਗੁਲੇਰ ਦੀ ਜੰਗ ਹੈ। ਜਦੋਂ ਤੁਸੀਂ ਸਾਰਾ ਇਤਿਹਾਸ ਪੜ੍ਹਦੇ ਹੋ ਨਾ, ਤੁਹਾਨੂੰ ਸਮਝ ਆਵੇਗੀ ਵੀ 14 ਜੰਗਾਂ ਵਿੱਚ ਹੀ 22 ਧਾਰ ਦੇ ਰਾਜੇ ਤੇ ਮੁਗਲ ਇਕੱਠੇ ਨੇ। ਸਿਰਫ 14 ਚੋਂ ਇੱਕ ਖਿਦਰਾਣੇ ਦੀ ਢਾਬ ਵਾਲਾ ਜੰਗ ਹੀ ਇਕੱਲੇ ਮੁਗਲ ਲੜਦੇ ਨੇ। ਬੈਟਲ ਆਫ ਬਿਗਾਨੀ ਪੜ੍ਹੋ, ਬੈਟਲ ਆਫ ਨੰਦੌਨ ਪੜ੍ਹੋ, ਬੈਟਲ ਆਫ ਗੁਲੇਰ ਪੜ੍ਹੋ। ਇਹ ਜਿੰਨੀਆਂ ਵੀ ਲੜਾਈਆਂ ਨੇ, ਬੈਟਲ ਆਫ ਬਸੋਲੀ ਪੜ੍ਹੋ। ਕਦੇ ਵੇਰਵਾ ਲੈਣਾ ਹੋਇਆ ਤੇ ਵਿਹਲੇ ਟਾਈਮ ਆਪਾਂ ਜ਼ਿਕਰ ਕਰਾਂਗੇ। ਆਨੰਦਪੁਰ ਹੀ 4 ਤੋਂ 5 ਲੜਾਈਆਂ ਹੋਈਆਂ। ਚਮਕੌਰ ਦੀ ਗੜੀ ਲੜਾਈ ਹੋਈ, ਖਿਦਰਾਣੇ ਦੀ ਢਾਬ ਲੜਾਈ ਹੋਈ। ਇਹ ਬੜਾ ਲੰਬੇਰਾ ਇਤਿਹਾਸ ਹੈ। ਔਰ ਮੈਂ ਇੱਕ ਗੱਲ ਕਹਿ ਦੇਵਾਂ, ਦੋਵਾਂ ਤਰਫਾਂ ਤੋਂ ਹਵਾ ਚੱਲੀ ਸੀ, ਬ੍ਰਾਹਮਣ ਵੱਲੋਂ ਵੀ ਤੇ ਮੁਗਲ ਵੱਲੋਂ ਵੀ, ਸਿੱਖੀ ਦੇ ਦੀਵੇ ਨੂੰ ਬੁਝਾਉਣ ਲਈ। ਪਰ ਅਸੀਂ ਫਿਰ ਵੀ ਕਿਸੇ ਧਰਮ ਨਾਲ ਨਫ਼ਰਤ ਨਾ ਕੀਤੀ ਹੈ, ਨਾ ਕਰਨੀ ਹੈ। ਗੁਰੂ ਗੋਬਿੰਦ ਸਿੰਘ ਤੇ ਆਪ ਲਿਖਦੇ ਨੇ, ਹਿੰਦੂ ਤੁਰਕ ਰਾਫਜ਼ੀ, ਹਿੰਦੂ ਤੁਰਕ ਕੋ ਰਾਫਜ਼ੀ, ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ। ਗੁਰੂ ਅਰਜਨ ਸਾਹਿਬ ਆਪ ਲਿਖਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸੋ ਇਹਨੂੰ ਜ਼ਿਹਨ ਵਿੱਚ ਟਿਕਾ ਲਓ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਸਿੱਖ ਕਿਸੇ ਧਰਮ ਦਾ ਦੁਸ਼ਮਣ ਨਹੀਂ, ਹਾਂ ਸਿੱਖ ਪਖੰਡ ਦਾ ਦੁਸ਼ਮਣ ਹੈ। ਹਰ ਧਰਮ ਵਿੱਚ ਜੇ ਕੋਈ ਪਖੰਡ ਹੈ ਤੇ ਉਹਦਾ ਖੰਡਨ ਸਿੱਖੀ ਕਰਦੀ ਹੈ। ਜਿਹੜਾ ਕਹਿ ਦੇਣਾ ਜੀ ਤੁਸੀਂ ਇਹ ਜਿਹੜਾ ਸਮਾਗਮ ਕਰਵਾਇਆ ਗਿਆ ਭਾਰਤ ਸਰਕਾਰ ਵੱਲੋਂ, ਇਹ ਸਰਕਾਰੀ ਸਮਾਗਮ ਹੈ ਜੀ, ਮੇਰੀ ਇੱਕ ਗੱਲ ਦਾ ਖਿਆਲ ਰੱਖਿਓ, ਜਿਸ ਦਿਨ ਕੋਈ ਏਜੰਸੀ ਸਮਾਗਮ ਕਰਵਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਸਾਬਤ ਕਰਨਾ ਚਾਹਵੇ, ਅਸੀਂ ਵਿਰੋਧ ਕਰਾਂਗੇ। ਜਿਸ ਦਿਨ ਭਾਰਤ ਸਰਕਾਰ ਦੇ ਸਮਾਗਮ ਚੋਂ ਇਹ ਗੱਲ ਚੱਲੇਗੀ ਵੀ ਜੰਝੂ ਪਹਿਨ ਲੈਣ ਸਿੱਖ, ਅਸੀਂ ਵਿਰੋਧ ਕਰਾਂਗੇ। ਜਿੰਨਾ ਚਿਰ ਭਾਰਤ ਸਰਕਾਰ ਜਾਂ ਕੋਈ ਵੀ ਏਜੰਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਜਗਤ ਦਾ ਰਹਿਬਰ ਕਹਿੰਦੀ ਹੈ, ਦੁਨੀਆ ਦਾ ਰੱਖਿਅਕ ਕਹਿੰਦੀ ਹੈ, ਸਨਾਤਨ ਮਤ ਨੂੰ ਬਚਾਉਣ ਵਾਲਾ ਕਹਿੰਦੀ ਹੈ, ਸਾਡੇ ਤੇ ਜੰਝੂ ਨਹੀਂ ਥੋਪਦੀ, ਸਾਡੇ ਪਿਓ ਦੇ ਸੋਹਲੇ ਗਾਉਂਦੀ ਹੈ ਤੇ ਅਸੀਂ ਨਾਲ ਹਾਂ। ਸਾਡੇ ਪਿਓ ਦੀ ਵਡਿਆਈ ਦੇਸ਼ਾਂ ਦਸ਼ੰਤਰਾਂ ਵਿੱਚ ਜਿਹੜਾ ਪਹੁੰਚਾਵੇਗਾ ਉਹਦੇ ਨਾਲ ਹਾਂ ਅਸੀਂ। ਜਿਹੜਾ ਸਾਡੇ ਤਖਤ ਢਾਵੇਗਾ, ਸਾਡੀ ਖਿਲਾਫਤ ਕਰੇਗਾ, ਉਹਦੇ ਵਿਰੋਧ ਵਿੱਚ ਹਾਂ। ਇੱਕ ਹੋਰ ਬੇਨਤੀ ਕਰ ਦੇਵਾਂ, ਜਿਹੜੇ ਕਹਿੰਦੇ ਨਾ ਜੀ ਇਹਨਾਂ ਸਟੇਜਾਂ ਤੋਂ ਪ੍ਰਬੰਧਕ ਕਹਿ ਦਿੰਦੇ ਨੇ ਜੀ ਇਹ ਕਥਾ ਕਰੋ, ਉਹ ਕਥਾ ਕਰੋ, ਵਿਚਾਰ ਲਈ ਖੁੱਲਾ ਸੱਦਾ ਹੈ। ਅਸੀਂ ਬਾਣੀ ਬਾਣੇ ਸਿਧਾਂਤ ਤੇ ਚੱਲਣ ਵਾਲੇ ਹਾਂ, ਨਾ ਕਿਸੇ ਪ੍ਰਬੰਧਕ ਦੇ ਕਹੇ ਵਿੱਚ ਚੱਲਦੇ ਹਾਂ। ਜੇ ਸਰਕਾਰਾਂ ਦੀ ਗੱਲ ਕਰਦੇ ਹੋ, ਜਿਸ ਦਿਨ ਭਾਰਤ ਵਰਸ਼ ਦੀ ਸਰਕਾਰ ਨੇ ਖੇਤੀ ਕਾਨੂੰਨ ਲਾਗੂ ਕੀਤੇ, ਇਸੇ ਬੰਗਲਾ ਸਾਹਿਬ ਦੀ ਸਟੇਜ ਤੋਂ ਦਾਸ ਨੇ ਪਹਿਲਾ ਵਿਰੋਧ ਕੀਤਾ ਹੈ। ਜਿਸ ਦਿਨ ਨਿਸ਼ਾਨ ਸਾਹਿਬ ਦਾ ਲਾਲ ਕਿਲੇ ਤੇ ਵਿਰੋਧ ਹੋਇਆ, ਇਸੇ ਸਟੇਜ ਤੋਂ ਦਾਸ ਨੇ ਕਿਹਾ ਜੇ ਨਿਸ਼ਾਨ ਸਾਹਿਬ ਨਾ ਝੂਲਿਆ ਹੁੰਦਾ ਤੇ ਅੱਜ ਤਿਰੰਗਾ ਨਾ ਝੂਲਦਾ। ਜੇ ਤੇ ਸਾਡੇ ਪਿਓ ਗੁਰੂ ਤੇਗ ਬਹਾਦਰ ਦੀ ਵਡਿਆਈ ਗਾਓਗੇ ਤੇ ਅਸੀਂ ਨਾਲ ਆ, ਜੇ ਸਾਡੇ ਤੇ ਕਿਸੇ ਹੋਰ ਧਰਮ ਦੇ ਚਿੰਨ੍ਹ ਥੋਪੋਗੇ ਤੇ ਅਸੀਂ ਵਿਰੋਧ ਵਿੱਚ ਹਾਂ। ਸਿੱਖ ਧਰਮ ਵੱਖਰਾ ਹੈ, ਰਵੇਗਾ, ਸਿੱਖੀ ਪ੍ਰਫੁੱਲਤ ਹੈ ਔਰ ਇਤਿਹਾਸ ਨੂੰ, ਬਾਣੀ ਨੂੰ ਕੋਈ ਨਹੀਂ ਬਦਲ ਸਕਦਾ। ਬਾਕੀ ਦਾਸ ਵਿਚਾਰ ਲਈ ਖੁੱਲਾ ਸੱਦਾ ਦਿੰਦਾ ਹੁੰਦਾ ਸਾਰਿਆਂ ਨੂੰ, ਸਿਧਾਂਤਾਂ ਤੇ ਚੱਲੋ, ਖੰਡੇ ਦੀ ਪੌਲ ਛਕੋ, ਆਪਣੀ ਅੱਡਰੀ ਹਸਤੀ ਨੂੰ ਯਾਦ ਰੱਖੋ, ਨਾ 1984 ਭੁੱਲੋ
ਤੇ ਨਾ ਹੀ ਮੁਗਲਿਆ ਸਲਤਨਤ ਦਾ 750 ਸਾਲ ਹੋਇਆ ਜ਼ੁਲਮੀਆਂ ਰਾਜ ਸਿੱਖ ਜਗਤ ਤੇ ਕੀਤੇ ਹੋਏ ਜ਼ੁਲਮਾਂ ਨੂੰ ਭੁੱਲੋ, ਨਾ ਬ੍ਰਾਹਮਣ ਦੀ ਬਦਨੀਤੀ ਨੂੰ ਭੁੱਲੋ, ਨਾ ਮੁਗਲਾਂ ਦੀ ਬਦਨੀਤੀ ਨੂੰ ਭੁੱਲੋ। ਪੌਲ ਛਕੋ, ਖਾਲਸੇ ਦੇ ਚਿੰਨ੍ਹ ਧਾਰੋ, ਕੱਚ ਕੜਾ ਕਿਰਪਾਨ ਕੰਘੇ ਕੇਸ ਨੂੰ ਧਾਰ ਕੇ ਸਿੱਖੀ ਨੂੰ ਪ੍ਰਫੁੱਲਤ ਕਰੋ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਘਰੋਂ ਸੋਝੀ ਲਓ, ਜੀਵਨ ਸਫਲਾ ਹੋਵੇ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਦਾ ਧੰਨਵਾਦ। ਬੜੀ ਭਾਵਨਾ ਦੇ ਨਾਲ ਆਪ ਸੰਗਤ ਨੂੰ ਪ੍ਰੇਰ ਕੇ ਗੁਰਧਾਮਾਂ ਦੀ ਸੇਵਾ ਕਰਵਾਉਂਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਦਿੱਲੀ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ। ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ। ਇਸ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਾ ਜੋ ਉਪਦੇਸ਼ ਹੈ ਜ਼ਿਹਨ ਵਿੱਚ ਵਸੇ, ਜੀਵਨ ਸਫਲਾ ਹੋਵੇ।